ਲਖਮੀ ਟੋਟ ਨਾ ਆਵਈ। ਕਾਏ ਖਰਚ ਰਹੰਦਾ ਏ ਵੈਰੀ ਮਿੱਤਰ ਸਭ ਕੀਤਿਆ। ਨਹਿ ਮੰਗੈ ਮੰਦਾ ਲੇਖਾ ਕੋਇ ਨਾ ਪੁੱਛਾਈ। ਜਾਂ ਹਰ ਬਖਸ਼ੰਦਾ ਆਨੰਦ ਪਿਆ ਸੁਖ ਪਾਇਆ। ਮਿਲ ਗੁਰ ਗੋਬਿੰਦਾ ਸਭੇ ਕਾਜ ਸਵਾਰਿਆ। ਜਾਂ ਤੁਧ ਭਾਵੰਦਾ ਸੁਕੋ ਟਲ ਗੁਰ ਸੇ दर्शन परसिए गुरु के जन्म मरण दुख जाए। सिफत खसम दी नूर अरसों कुरसों चटिया। डिठे सच्चे पातशाह माल जन्म जन्म दी कटिया। सच्चे पातशाह माल जन्म जन्म दी कटिया। सतनाम श्री वाहिगुरु साहिब जीओ। श्लोक महला तीजा। इहा संध्या परवान है जित हर प्रभ मेरा चित आवा। हर्ष्यो प्रीत उपजे माया मोह जलावा। गुर प्रसादी दुबदा मरै मनुआ अस्थिर संध्या करे विचार। नानक संध्या करे मनमुखी ज्यो ना टिका मर जमै होए खुआर। इहा संध्या परवान है जित हर प्रभ मेरा चित आवा। वाहिगुरु जी का खालसा वाहिगुरु जी की फतेह। ਪਤਿਤ ਪਾਵਨ ਕਿਰਪਾ ਨਿਧਾਨ ਗਰੀਬ ਨਵਾਜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਬਿਰਾਜਮਾਨ ਹੋ ਰਹੀ ਗੁਰੂ ਕੀ ਸੰਗਤ। ਆਪ ਸੰਗਤਾਂ ਨੇ ਸਤਿਗੁਰਾਂ ਦੇ ਦਰਬਾਰ ਦੀ ਬਖਸ਼ਿਸ਼ ਨੂੰ ਪ੍ਰਾਪਤ ਕਰਦਿਆਂ ਹੋਇਆਂ ਅੰਮ੍ਰਿਤ ਵੇਲੇ ਤੋਂ ਗੁਰਬਾਣੀ ਦੇ ਕੀਰਤਨ ਔਰ ਪਾਠ ਸਰਵਣ ਕੀਤੇ। ਇਸ ਵੇਲੇ ਸਤਿਗੁਰਾਂ ਦੀ ਇਲਾਹੀ ਅਗੰਮੀ ਬਾਣੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਤੇ ਇਸ ਬਾਣੀ ਦੀ ਕਥਾ ਵਿਚਾਰ ਦੇ ਨਾਲ ਜੁੜਨ ਦਾ ਆਪਾਂ ਨੂੰ ਸਮਾਂ ਪ੍ਰਾਪਤ ਹੋਇਆ। ਆਓ ਕੁਝ ਸਮੇਂ ਵਾਸਤੇ ਆਪਣੇ ਮਨ ਦੇ ਧਿਆਨ ਨੂੰ ਟਿਕਾਈਏ, ਭਾਵਨਾ ਔਰ ਸ਼ਰਧਾ ਦੇ ਨਾਲ ਗੁਰੂ ਦੇ ਬਚਨ ਸਰਵਣ ਕਰੀਏ। ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। श्लोक महला तीजा। पातशाह गुरु अमरदास महाराज जियां दा ये श्लोक आपां नूं 553 अंग दे उपर अज महाराज बख्शिश कर रहे ने। ये जो उपदेश आपां सरवण करन जा रहे हाँ, भलियां दी कुल नूं भाग लाउण वाले गुरु अमरदास पातशाह जी बख्शिश करदे हन। इहा संध्या परवान है जित हर प्रभ मेरा चित आवे। गुरु पातशाह महाराज जी किते यात्रा ते जा रहे सन ते की वेखदे एक ब्राह्मण जेड़ा न संध्या करदा पिया।
ਉਹਨੂੰ ਸੰਧਿਆ ਕਰਦਿਆਂ ਵੇਖ ਕੇ ਮਹਾਰਾਜ ਕਹਿਣ ਲੱਗੇ, ਭਾਈ ਤੇਰੀ ਜਿਹੜੀ ਸੰਧਿਆ ਤੂੰ ਕਰਦਾ ਪਿਆ ਇਹ ਸੰਧਿਆ ਪ੍ਰਵਾਨ ਹੈ, ਇਹ ਸੰਧਿਆ ਪ੍ਰਵਾਨਿਕ ਹੈ, ਪਰ ਤਾਂ ਪ੍ਰਵਾਨਿਕ ਹੈ। ਤੇ ਪਾਤਸ਼ਾਹ ਕਹਿਣ ਲੱਗੇ, ਹਰ ਪ੍ਰਭ ਮੇਰਾ ਚਿੱਤ ਆਵੈ। ਜੇ ਪਰਮਾਤਮਾ ਚੇਤੇ ਆਉਂਦਾ ਨਾ ਸੰਧਿਆ ਕਰਦਿਆਂ ਤੇ ਫਿਰ ਇਹ ਸੰਧਿਆ ਪ੍ਰਵਾਨ ਹੈ। ਹਿੰਦੂ ਮਤ ਦੇ ਵਿੱਚ ਬ੍ਰਾਹਮਣ ਲੋਕ ਜਿਹੜੇ ਨੇ ਨਾ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਦੇ, ਇਸ਼ਨਾਨ ਕਰਕੇ ਸੂਤ ਦੀ ਧੋਤੀ ਜਿਹੜੀ ਹੈ ਆਪਣੇ ਤੇੜ ਬੰਨ੍ਹਦੇ ਨੇ ਅਤੇ ਇਸੇ ਤਰ੍ਹਾਂ ਤਿਲਕ ਵਗੈਰਾ ਲਾ ਕੇ ਮੱਥੇ 'ਤੇ ਫਿਰ ਪਰਮਾਤਮਾ ਦਾ ਆਰਾਧਨ ਕਰਦੇ। ਉਹਨੂੰ ਕਿਹਾ ਜਾਂਦਾ ਸੰਧਿਆ ਕੀਤੀ ਹੈ। ਇਸ਼ਨਾਨ ਕਰਕੇ ਸਾਫ ਸਵੱਛ ਵਸਤਰ ਪਾ ਕੇ ਰੱਬ ਦੀ ਯਾਦ ਵਿੱਚ ਜਾਂ ਉਹਦੇ ਮੰਤਰਾਂ ਨੂੰ ਪੜ੍ਹਨਾ ਅਤੇ ਫਿਰ ਇਸੇ ਤਰ੍ਹਾਂ ਜਦੋਂ ਦੁਪਹਿਰ ਦਾ ਵੇਲਾ ਹੋ ਜਾਣਾ, ਲੌਡੇ ਵੇਲੇ ਦਾ ਸਮਾਂ, ਉਦੋਂ ਫਿਰ ਇਸ਼ਨਾਨ ਕਰਕੇ ਵਸਤਰ ਪਹਿਨ ਕੇ ਸੁੱਚੇ ਤੇ ਫਿਰ ਮੰਤਰਾਂ ਦਾ ਜਾਪ ਕਰਨਾ ਅਤੇ ਜਦੋਂ ਫਿਰ ਰਾਤ ਪੈ ਜਾਣੀ, ਰਾਤ ਨੂੰ ਫਿਰ ਇਸੇ ਤਰ੍ਹਾਂ ਹੀ ਕਿਰਿਆ ਕਰਕੇ ਸੋ ਗਾਇਤਰੀ ਵਗੈਰਾ ਦੇ ਮੰਤਰ ਪੜ੍ਹਨੇ, ਉਸ ਨੂੰ ਸੰਧਿਆ ਕਿਹਾ ਜਾਂਦਾ। ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਨੇ ਲਿਖਿਆ, ਪੜ੍ਹ ਪੁਸਤਕ ਸੰਧਿਆ ਬਾਦੰ ਤ੍ਰੈਪਾਲ ਤੇ ਹਾਲ ਵਿਚਾਰੰ। ਸੋ ਇਹ ਬਚਨ ਨੇ ਸੰਸਕ੍ਰਿਤੀ ਦੇ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀਆਂ ਦੇ ਕੋਲ ਵਿਸ਼ਣ ਦੱਤ ਨਾਮ ਦਾ ਜਿਹੜਾ ਵਿਅਕਤੀ ਹੈ ਨਾ, ਉਸ ਨੂੰ ਉਪਦੇਸ਼ ਦਿੰਦੇ ਸਨ। ਸੋ ਉਸ ਗੋਪਾਲ ਦੱਤ ਨੂੰ ਮਹਾਰਾਜ ਨੇ ਉਪਦੇਸ਼ ਦਿੱਤਾ। ਪੰਡਤ ਸੀ, ਪਾਤਸ਼ਾਹ ਕਹਿਣ ਲੱਗੇ, ਪੜ੍ਹ ਪੁਸਤਕ। ਪੰਡਤ ਜੀ ਪੁਸਤਕਾਂ 'ਤੇ ਪੜ੍ਹਦੇ ਹੋ, ਗ੍ਰੰਥ 'ਤੇ ਪੜ੍ਹਦੇ ਹੋ, ਕਦੇ ਸ਼ਾਸਤਰ ਪੜ੍ਹਦੇ ਹੋ, ਵੇਦ ਪੜ੍ਹਦੇ ਹੋ, ਸਿਮਰਤੀ ਪੜ੍ਹਦੇ ਹੋ, ਪੁਰਾਣ ਪੜ੍ਹਦੇ ਹੋ। ਇਹਨਾਂ ਗ੍ਰੰਥਾਂ ਨੂੰ ਪੜ੍ਹਦੇ ਤੇ ਜ਼ਰੂਰ ਹੋ। ਪੜ੍ਹ ਪੁਸਤਕ, ਪੁਸਤਕਾਂ ਨੂੰ, ਗ੍ਰੰਥਾਂ ਨੂੰ, ਗਿਆਨ ਵਾਲਿਆਂ ਨੂੰ ਪੜ੍ਹਦੇ ਹੋ। ਪੜ੍ਹ ਪੁਸਤਕ ਸੰਧਿਆ ਬਾਦੰਗ, ਫਿਰ 3 ਤਰ੍ਹਾਂ ਦੀ ਸੰਧਿਆ ਵੀ ਕਰਦੇ ਹੋ। ਸਵੇਰੇ ਉੱਠ ਕੇ ਇਸ਼ਨਾਨ ਕੀਤਾ, ਸਾਫ ਸੁਥਰੇ ਵਸਤਰ ਪਹਿਨ ਕੇ ਮੰਤਰਾਂ ਦਾ ਜਾਪ ਕੀਤਾ, ਦੁਪਹਿਰੇ ਫਿਰ ਕੀਤਾ, ਰਾਤ ਨੂੰ ਫਿਰ ਕੀਤਾ। ਸੰਧਿਆ 3 ਤਰ੍ਹਾਂ ਦੀ ਸੰਧਿਆ ਕਰਦੇ ਹੋ। ਤੇ ਕਾਹਦੇ ਵਾਸਤੇ? ਬਾਦੰਗ ਨਾਮ ਝਗੜੇ ਦਾ, ਝਗੜਾ ਕਰਨ ਵਾਸਤੇ ਕਿ ਜਦੋਂ ਮੈਂ ਸਭਾ ਦੇ ਵਿੱਚ ਬੈਠ ਕੇ ਦੂਜੇ ਪੰਡਤਾਂ ਦੇ ਨਾਲ, ਦੂਜੇ ਗਿਆਨੀਆਂ ਦੇ ਨਾਲ ਵਿਚਾਰ ਕਰਾਂਗਾ, ਮੇਰੇ ਕੋਲ ਗਿਆਨ ਦੀ ਕਮੀ ਨਾ ਹੋਵੇ। ਗਿਆਨ ਮੇਰੇ ਕੋਲ ਇੰਨਾ ਗ੍ਰੰਥ ਪੜ੍ਹੇ ਹੋਣ ਵੀ ਮੈਂ ਗ੍ਰੰਥਾਂ ਦੇ ਗਿਆਨ ਨਾਲ ਜਿੱਤ ਜਾਵਾਂ। ਅਤੇ ਦੂਜੀ ਗੱਲ, ਮੈਨੂੰ ਕੋਈ ਇਹ ਨਾ ਕਹਿ ਸਕੇ ਵੀ ਇਹ ਤਾਂ ਜਿਹੜੇ ਭਗਵਾਨ ਦੇ ਵੱਲੋਂ ਦੱਸੇ ਗਏ ਨੇ ਮੰਤਰ ਜਾਂ ਦੱਸੀ ਗਈ ਮਰਿਆਦਾ, ਇਹ ਉਹਦੇ ਵਿੱਚ ਨਹੀਂ ਹੈ। ਮੈਨੂੰ ਕੋਈ ਇਹ ਵੀ ਨਾ ਕਹਿ ਸਕੇ। ਇਸ ਕਰਕੇ ਉਹ ਗੱਲ ਪੂਰੀ ਕਰਨ ਵਾਸਤੇ 3 ਤਰ੍ਹਾਂ ਦੀ ਸੰਧਿਆ ਕਰਦੇ ਹੋ, ਪਰ ਕਰਦੇ ਹੋ ਝਗੜਾ ਕਰਨ ਵਾਸਤੇ। ਤ੍ਰੈਪਾਲ ਤੇ ਹਾਲ ਵਿਚਾਰੰ, ਗਲ ਮਾਲਾ ਤਿਲਕ ਲਲਾਟੰ, ਦੋਏ ਧੋਤੀ ਬਸਤਰ ਕਪਾਟੰ, ਜੋ ਜਾਣਸ ਬਰਮਹੰ ਕਰਮੰ, ਸਭ ਫੋਕਟ ਨਿਸ਼ਚਉ ਕਰਮ। ਇਹ ਤੁਹਾਡੇ ਕੀਤੇ ਹੋਏ ਕਰਮ ਫੋਕਟ ਨੇ, ਖਾਲੀ ਨੇ। ਇੱਥੇ ਮਹਾਰਾਜ ਕਹਿਣ ਲੱਗੇ, ਇਹ ਸੰਧਿਆ ਪ੍ਰਵਾਨ ਹੈ। ਜੇ ਤੂੰ ਸੰਧਿਆ ਕਰਦਾ ਨਾ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਤੇ ਸਵੱਛ ਵਸਤਰ ਪਾ ਕੇ ਰੱਬ ਨੂੰ ਯਾਦ ਕਰਦਾ, ਤੇਰੀ ਸੰਧਿਆ ਪ੍ਰਵਾਨ ਹੈ। ਜੇ ਦੁਪਹਿਰ ਵੇਲੇ ਤੂੰ ਫਿਰ ਯਾਦ ਕਰਦਾ ਪਿਆ, ਉਹ ਵੀ ਪ੍ਰਵਾਨ ਹੈ। ਸ਼ਾਮ ਵੇਲੇ ਯਾਦ ਕਰਦਾ, ਉਹ ਵੀ ਪ੍ਰਵਾਨ ਹੈ। ਜੇ ਤਾਂ ਹਰ ਪ੍ਰਭ ਚੇਤੇ ਆਵੇ, ਜੇ ਰੱਬ ਚੇਤੇ ਆਉਂਦਾ ਸੰਧਿਆ ਕੀਤਿਆਂ ਉਹਨੂੰ ਧਿਆਉਂਦਿਆਂ, ਤੇ ਫਿਰ ਭਾਈ ਤੇਰੀ ਸੰਧਿਆ ਪ੍ਰਵਾਨ ਹੈ। ਹਰਸਿਓ ਪ੍ਰੀਤ ਉਪਜੈ, ਮਾਇਆ ਮੋਹ ਜਲਾਵੈ। ਕਰਦਿਆਂ ਹੋਇਆਂ ਰੱਬ ਦੇ ਨਾਲ ਦਿਨਾਂ ਪ੍ਰਤੀ ਦਿਨ ਪਿਆਰ ਵਧੇ, ਫਿਰ ਗੱਲ ਬਣਦੀ ਹੈ। ਜੇ ਅੱਜ ਨਿਤਨੇਮ ਕੀਤਾ, ਜਿੰਨੀ ਭਾਵਨਾ ਹੈ, ਕੱਲ੍ਹ ਨੂੰ ਉਸ ਭਾਵਨਾ ਵਿੱਚ ਵਾਧਾ ਹੋਵੇ, ਸ਼ਰਧਾ ਵਿੱਚ ਵਾਧਾ ਹੋਵੇ, ਭਰੋਸੇ ਵਿੱਚ ਵਾਧਾ ਹੋਵੇ, ਤੇ ਫਿਰ ਅਗਲੇ ਦਿਨ ਦੀ ਮੰਜ਼ਿਲ ਤੂੰ ਜਿੱਤਦਾ ਪਿਆ, ਫਿਰ ਤੂੰ ਪੌੜੀ ਚੜ੍ਹਦਾ ਪਿਆ। ਪਰ ਜੇ ਤੂੰ ਅੱਜ ਤੇ ਨਿਤਨੇਮ ਬੜੀ ਖੁਸ਼ੀ ਦੇ ਨਾਲ ਕੀਤਾ, ਪਹਿਲਾ ਦਿਨ ਸੀ, ਬੜੇ ਚਾਅ ਦੇ ਨਾਲ ਆਇਆ ਗੁਰੂ ਘਰ ਦੇ ਵਿੱਚ, 1 ਦਿਨ ਆਇਆ, 2 ਦਿਨ ਆਇਆ, ਬੜਾ ਚਾਅ, ਬੜੀ ਖੁਸ਼ੀ ਹੈ, ਮੁੜ ਕੇ ਚਾਅ ਲੈਂਦਾ ਗਿਆ, ਖੁਸ਼ੀ ਲੈਂਦੀ ਗਈ, ਇਹਦਾ ਮਤਲਬ ਹੈ ਪੌੜੀ ਚੜ੍ਹਿਆ ਨਹੀਂ, ਥੱਲੇ ਨੂੰ ਉਤਰਿਆ। ਸਤਿਗੁਰੂ ਬਖਸ਼ਿਸ਼ ਕਰਦੇ ਕਹਿਣ ਲੱਗੇ, ਹਰਸਿਓ ਪ੍ਰੀਤ ਉਪਜੈ। ਜਿਹੜੀ ਪ੍ਰੀਤੀ ਅੱਜ ਹੈ, ਕੱਲ੍ਹ ਤੋਂ ਹੋਰ ਵਧੇ, ਅੱਗੇ ਤੋਂ ਹੋਰ ਵਧੇ। ਮਾਇਆ ਮੋਹ ਜਲਾਵੈ, ਤੇ ਜਿਹੜਾ ਮਾਇਆ ਦਾ ਮੋਹ ਹੈ ਨਾ, ਇਸ ਨੂੰ ਸਾੜ ਦੇਵੇ। ਮਾਇਆ ਨਾਲ ਮੋਹ ਨਾ ਕਰੇ ਵੀ ਮੈਂ ਰੱਬ ਦੀ ਸੰਧਿਆ ਕਰਦਾ, ਮੈਂ ਨਿਤਨੇਮ ਕਰਦਾ, ਮੈਂ ਬੰਦਗੀ ਕਰਦਾ ਪਿਆ, ਮੈਨੂੰ ਹੁਣ ਇਹ ਮਿਲ ਜਾਵੇ।
ਨਹੀਂ, ਉਸ ਮੋਹ ਨੂੰ ਸਾੜ ਕੇ ਪਰੇ ਕਰ ਦੇਵੇ। ਮਾਇਆ ਦਾ ਮੋਹ ਨਾ ਰੱਖੇ ਵੀ ਮੈਂ ਕਰਮ ਕੀਤਾ ਤੇ ਮੈਨੂੰ ਫਲ ਵੀ ਮਿਲ ਜਾਵੇ। ਸੇਵਾ ਕਰਤ ਹੋਏ ਨਿਹਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ। ਸੇਵਾ ਕਰੇਗਾ, ਸਿਮਰਨ ਕਰੇਗਾ, ਸੰਧਿਆ ਕਰੇਗਾ, ਧਾਰਮਿਕ ਕਰਮ ਕਰੇਗਾ, ਪਰ ਜੇ ਤੇ ਨਿਸ਼ਕਾਮ ਹੋ ਕੇ ਕਰੇਗਾ ਤੇ ਰੱਬ ਮਿਲੇਗਾ, ਤੇ ਜੇ ਕਾਮਨਾ ਰੱਖ ਕੇ ਕਰੇਗਾ ਤਾਂ ਉਹ ਇਸ ਤਰ੍ਹਾਂ ਜਿਵੇਂ ਆਪਾਂ ਕਿਤੇ ਸਫ਼ਰ 'ਤੇ ਜਾਂਦੇ ਹਨ ਤੇ ਜੇਬ ਦੇ ਵਿੱਚੋਂ ਕਿਰਾਇਆ ਖਰਚਦੇ ਹਾਂ ਤੇ ਮੰਜ਼ਿਲ 'ਤੇ ਪਹੁੰਚ ਜਾਂਦੇ ਆ। ਕਿਰਾਇਆ ਲਾਇਆ, ਮੰਜ਼ਿਲ 'ਤੇ ਪਹੁੰਚੇ। ਉਹ ਅਸੀਂ ਅਹਿਸਾਨ ਕੋਈ ਨਹੀਂ ਕੀਤਾ ਗੱਡੀ ਵਾਲੇ 'ਤੇ, ਨਾ ਉਹਨੇ ਸਾਡੇ 'ਤੇ ਅਹਿਸਾਨ ਕੀਤਾ ਸਾਨੂੰ ਪਹੁੰਚਾ ਕੇ। ਉਹ 'ਤੇ ਭਾੜਾ ਦਿੱਤਾ ਤੇ ਮੰਜ਼ਿਲ 'ਤੇ ਪਹੁੰਚੇ। ਜਿੰਨੇ ਅਸੀਂ ਖਰਚੇ ਉਹੋ ਜਿਹੀ ਮੰਜ਼ਿਲ ਮਿਲ ਗਈ, ਜਿੰਨੇ ਅਸੀਂ ਵੱਧ ਖਰਚੇ ਉਨੇ ਕੁ ਸੁਖਾਲੀ ਮਿਲ ਗਈ ਮੰਜ਼ਿਲ। ਉਹ 'ਤੇ ਜੋ ਅਸੀਂ ਮੁਨਾਫਾ ਖੱਟਿਆ ਸੀ ਉਹ ਖਰਚ ਲਿਆ, ਹਿਸਾਬ ਬਰਾਬਰ ਹੋ ਗਿਆ। ਪਰ ਰੱਬ ਨੂੰ ਜੇ ਮਿਲਣਾ ਚਾਹਣਾ ਤੇ ਫਿਰ ਨਿਸ਼ਕਾਮ ਕਰਮ ਕਰ, ਕਾਮਨਾ ਤੋਂ ਰਹਿਤ ਹੋ ਕੇ ਕਰ, ਤੇ ਮਾਇਆ ਦੇ ਮੋਹ ਨੂੰ ਜਲਾ ਦੇਣਾ ਕਰ, ਸਾੜ ਦੇਣਾ ਕਰ। ਗੁਰ ਪ੍ਰਸਾਦੀ ਦੁਬਦਾ ਮਰੈ ਮਨੁਆ ਸਥਿਰ ਸੰਧਿਆ ਕਰੇ ਵਿਚਾਰ। ਗੁਰੂ ਕਿਰਪਾ ਕਰ ਦੇਵੇ, ਬਖਸ਼ਿਸ਼ ਕਰ ਦੇਵੇ। ਤੇ ਪਾਤਸ਼ਾਹ ਕਹਿਣ ਲੱਗੇ ਭਾਈ ਦੁਬਦਾ ਮਰੇ ਤਾਂ ਦਵੈਤ ਮਰਦੀ ਹੈ। ਦਵੈਤ ਤੋਂ ਭਾਵ ਹੁੰਦਾ ਦੋ ਰਾਹ, ਕਿੱਧਰ ਨੂੰ ਜਾਣਾ ਹੈ, ਸੰਗਤ ਵੱਲ ਕਿ ਕੁਸੰਗਤ ਵੱਲ। ਗੁਰੂ ਵੱਲ ਮੁਖ ਕਰਕੇ ਤੁਰਾਂ ਕਿ ਪਿੱਠ ਕਰਕੇ ਤੁਰਾਂ, ਚੰਗੇ ਕੰਮਾਂ ਨੂੰ ਕਰਾਂ ਕਿ ਮਾੜੇ ਨੂੰ ਕਰਾਂ, ਇਹ ਹੈ ਦਵੈਤ। ਮਨ ਵਿੱਚ ਹਰ ਵੇਲੇ ਦੋ ਰਾਹ ਬਣੇ ਰਹਿਣੇ, ਕਿਹੜਾ ਕਰਾਂ, ਮਾੜਾ ਕਰਾਂਗਾ ਮੁਨਾਫਾ ਜ਼ਿਆਦਾ, ਚੰਗਾ ਕਰਾਂਗਾ ਫਲ ਘੱਟ ਹੈ। ਅੱਜ ਦੁਨੀਆ ਦੇ ਲੋਕ ਸੰਸਾਰ ਦਾ ਮੁਨਾਫਾ ਲੈਣ ਵਾਸਤੇ, ਸੰਸਾਰ ਦਾ ਮੁਨਾਫਾ ਵੇਖਣ ਵਾਸਤੇ ਦੁਨੀਆ ਦੇ ਕਰਮ ਜ਼ਿਆਦਾ ਕਰਦੇ, ਧਾਰਮਿਕ ਕਰਮ ਨੂੰ ਬਹੁਤ ਘੱਟ ਕਰਦੇ। ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ, ਕਹਿਣ ਲੱਗੇ ਭਾਈ ਗੁਰਪ੍ਰਸਾਦੀ ਦੁਬਦਾ ਮਰੈ। ਗੁਰੂ ਕਿਰਪਾ ਨਾਲ ਦੁਬਦਾ ਨੂੰ, ਦਵੈਤ ਨੂੰ ਖਤਮ ਕਰ। ਤੇ ਦੁਬਦਾ ਦਵੈਤ ਦਾ ਦੂਜਾ ਅਰਥ ਵਿਦਵਾਨਾਂ ਨੇ ਈਰਖਾ ਕੀਤਾ। ਆਪਣੇ ਮਨ ਦੇ ਵਿੱਚੋਂ ਈਰਖਾ ਖਤਮ ਕਰਦੇ, ਜੋ ਦੁਨੀਆ ਦੇ ਨਾਲ, ਸੰਸਾਰ ਦੇ ਨਾਲ ਕਰਦਾ ਪਿਆ, ਈਰਖਾ ਖਤਮ ਕਰ। ਤੇ ਪਾਤਸ਼ਾਹ ਕਹਿਣ ਲੱਗੇ ਮਨੁਆ, ਇਹ ਜਿਹੜਾ ਮਨ ਹੈ ਨਾ, ਇਸ ਨੂੰ ਮਨੌਤ ਵੱਲੋਂ ਹਟਾ ਕੇ ਤੇ ਫਿਰ ਮਹਾਰਾਜ ਕਹਿਣ ਲੱਗੇ ਸੰਧਿਆ ਦੀ ਵਿਚਾਰ ਕਰ। ਮਨ ਨੂੰ ਮਨੌਤ ਵੱਲੋਂ ਚੁੱਕ ਕਿ ਆਹ ਚੀਜ਼ ਮੰਨਾਂਗਾ, ਆਹ ਕਰਮ ਕਰਾਂਗਾ ਤੇ ਮੈਨੂੰ ਆਹ ਕੁਝ ਮਿਲੇਗਾ। ਇਸ ਮਨੌਤ ਤੋਂ ਪਰੇ ਹੋ ਕੇ ਤੇ ਪ੍ਰਮਾਤਮਾ ਦੀ ਪ੍ਰਾਪਤੀ ਦੀ ਵਿਚਾਰ ਕਰ। ਨਾਨਕ ਸੰਧਿਆ ਕਰੇ ਮਨਮੁਖੀ, ਜਿਉ ਨਾਟਕੈ ਮਤ ਜੰਮੇ ਹੋਏ ਖੁਆਰ। ਮਨਮੁਖ ਲੋਕ ਨੇ ਨਾ, ਜਿਨ੍ਹਾਂ ਨੇ ਮਨ ਨੂੰ ਮੁਖ ਬਣਾਇਆ ਹੋਇਆ, ਸੰਧਿਆ ਉਹ ਵੀ ਕਰਦੇ ਨੇ, ਨਾਮ ਉਹ ਵੀ ਜਪਦੇ ਨੇ, ਸੇਵਾ ਉਹ ਵੀ ਕਰਦੇ। ਇਕੱਲੇ ਨਹੀਂ ਵੀ ਗੁਰਮੁਖ ਕਰਦੇ ਨੇ। ਤੁਸੀਂ ਧਾਰਮਿਕ ਸਥਾਨਾਂ 'ਤੇ ਜਾ ਕੇ ਵੇਖ ਲਓ, ਭਾਵੇਂ ਮੰਦਰ ਹੈ, ਮਸਜਿਦ ਹੈ, ਚਰਚ ਹੈ ਜਾਂ ਗੁਰਦੁਆਰਾ ਹੈ, ਜਿੱਥੇ ਧਰਮ ਨੂੰ ਅਪਣਾਉਣ ਵਾਲੇ, ਧਰਮ ਦੇ ਦੱਸੇ ਹੋਏ ਰਾਹ 'ਤੇ ਚੱਲਣ ਵਾਲੇ ਰੱਬ ਨੂੰ ਸਿਮਰਦੇ ਪਏ, ਉੱਥੇ ਬਿਨਾਂ ਜਿਹੜੇ ਧਰਮ ਦੇ ਵਿੱਚ ਪੂਰੇ ਨਹੀਂ ਨਾ ਉਹ ਵੀ ਸਿਮਰਦੇ ਪਏ। ਪਰ ਮਹਾਰਾਜ ਇੱਥੇ ਕਹਿ ਰਹੇ ਨੇ, ਕਹਿਣ ਲੱਗੇ ਭਾਈ ਬਚਨ ਇਹ ਹੈ ਕਿ ਨਾਨਕ ਸੰਧਿਆ ਕਰੇ ਮਨਮੁਖੀ। ਮਨਮੁਖ ਬੰਦਾ ਕਰ ਲਵੇ ਧਰਮ ਦਾ ਕਰਮ, ਜਿੰਨਾ ਚਿਰ ਗੁਰੂ ਨਹੀਂ ਨਾ ਧਾਰਨ ਕੀਤਾ। ਤੇ ਪਾਤਸ਼ਾਹ ਕਹਿਣ ਲੱਗੇ ਉਹਨਾਂ ਚਿਰ ਜੀਓ ਨਾ ਟਿਕੈ, ਮਨ ਨਹੀਂ ਟਿਕੇਗਾ। ਮਨ ਨੂੰ ਟਿਕਾਉਣਾ ਇਹ ਵਸ ਗੁਰੂ ਦੇ ਹੈ। ਮਨ ਵਸ ਆਵੈ ਨਾਨਕਾ, ਜੇ ਪੂਰਨ ਕਿਰਪਾ ਤਾਂ ਮਨ ਵਸ ਵਿੱਚ ਆਉਂਦਾ। ਜਿੰਨਾ ਚਿਰ ਗੁਰੂ ਨੂੰ ਨਹੀਂ ਧਿਆਇਆ, ਨਹੀਂ ਪਾਇਆ, ਨਹੀਂ ਬਖਸ਼ਿਸ਼ ਪ੍ਰਾਪਤ ਕੀਤੀ, ਉਹਨਾਂ ਚਿਰ ਮਨ ਵਸ ਵਿੱਚ ਆਏਗਾ ਹੀ ਨਹੀਂ। ਨਾਨਕ ਸਤਿਗੁਰ ਮਿਲਿਆ। ਮਹਾਰਾਜ ਕਹਿਣ ਲੱਗੇ ਭਾਈ ਬਚਨ ਇਹ ਹੈ, ਨਾਨਕ ਸੰਧਿਆ ਕਰੈ ਮਨਮੁਖੀ, ਜਿਉ ਨਾ ਟਿਕੈ। ਮਨਮੁਖ ਬੰਦਾ ਜਿੰਨੀ ਮਰਜ਼ੀ ਸੰਧਿਆ ਕਰ ਲਵੇ, ਧਾਰਮਿਕ ਕਰਮ ਕਰ ਲਵੇ, ਮਨ ਟਿਕਣਾ ਨਹੀਂ। ਮਹਾਰਾਜ ਕਿਉਂ ਨਹੀਂ ਟਿਕਣਾ ਹੈ? ਕਹਿਣ ਲੱਗੇ ਭਾਈ ਉਹਦੇ 'ਤੇ ਗੁਰੂ ਦੀ ਕਿਰਪਾ ਨਹੀਂ, ਇਸ ਕਰਕੇ ਮਰ ਜੰਮੈ ਹੋਏ ਖੁਆਰ। ਵਾਰ ਵਾਰ ਮਰੇਗਾ, ਜੰਮੇਗਾ, ਖਰਾਬ ਹੁੰਦਾ ਰਹੇਗਾ, ਖੱਜਲ ਹੁੰਦਾ ਰਹੇਗਾ, ਦੁਖੀ ਹੁੰਦਾ ਰਹੇਗਾ, ਜਮਾਂ ਦੀ ਮਾਰ ਖਾਂਦਾ ਰਹੇਗਾ, ਪਰ ਪ੍ਰਾਪਤੀ ਨਹੀਂ ਹੈ। ਮਹਲਾ ਤੀਜਾ। ਪ੍ਰਿਓ ਪ੍ਰਿਓ ਕਰਤੀ ਸਭ ਜਗ ਫਿਰੀ, ਮੇਰੀ ਪਿਆਸ ਨਾ ਜਾਏ। ਪ੍ਰਿਓ ਤੋਂ ਭਾਵ ਹੁੰਦਾ ਪਿਰੀ ਪਿਰੀ। ਪਿਰੀ ਕਹਿੰਦੇ ਪਰਮਾਤਮਾ ਨੂੰ। ਮੈਂ ਹਰ ਵੇਲੇ ਪਰਮਾਤਮਾ ਪਰਮਾਤਮਾ ਕਰਦੀ ਫਿਰਦੀ ਹਾਂ। ਪ੍ਰਿਓ ਪ੍ਰਿਓ ਕਰਤੀ, ਪਤੀ ਪਰਮਾਤਮਾ ਨੂੰ ਯਾਦ ਕਰਦੀ ਹਾਂ।
ਸਭ ਜਗ ਫਿਰੀ, ਸਾਰਾ ਸੰਸਾਰ ਵੇਖ ਲਿਆ, ਦੇਸ਼ ਵਿੱਚ ਵਿਦੇਸ਼ ਵਿੱਚ, ਦੂਰ ਕੀ ਨੇੜੇ ਕੀ, ਪਰ ਮੇਰੀ ਪਿਆਸ ਨਾ ਜਾਏ। ਜਿਹੜੀ ਉਹਨੂੰ ਮਿਲਣ ਦੀ ਪਿਆਸਾ ਲੱਗੀ ਹੈ ਨਾ, ਤ੍ਰੇਹ ਲੱਗੀ ਹੈ ਨਾ, ਉਹ ਜਾਂਦੀ ਨਹੀਂ। ਦੁਨੀਆ ਦੇ ਪਦਾਰਥ ਤੇ ਬੜੇ ਨੇ, ਪਦਾਰਥ ਮਿਲੇ ਵੀ ਬੜੇ ਨੇ, ਪਰ ਉਹ ਪਦਾਰਥ ਲੈ ਕੇ ਮਨ ਨੂੰ ਸੰਤੋਖ ਜਾਂ ਮਨ ਨੂੰ ਤ੍ਰਿਪਤੀ ਨਹੀਂ ਆਈ ਹੈ। ਏਕ ਸਵਾਨ ਦੋਏ ਸਵਾਨੀ ਨਾਲ, ਧਾਨਕ ਰੂਪ ਰਹਾ ਕਰਤਾ। ਬਚਨ ਗੁਰੂ ਨਾਨਕ ਸਾਹਿਬ ਜੀਆਂ ਦੇ। ਮਹਾਰਾਜ ਨੇ ਆਪਣੇ ਲੱਕ ਦੇ ਨਾਲ ਇੱਕ ਚਾਦਰਾ ਬੰਨ੍ਹ ਲਿਆ, ਤਨ ਦੇ ਕੱਪੜੇ ਲਾ ਕੇ ਮੋਢੇ 'ਤੇ ਸੋਟਾ ਰੱਖਿਆ, ਤੇ ਸਤਿਗੁਰੂ ਚੱਲ ਪਏ ਆਪਣੇ ਡੇਰੇ ਦੇ ਵਿੱਚੋਂ ਕਰਤਾਰਪੁਰ ਤੋਂ ਬਾਹਰ ਨੂੰ। ਜਦੋਂ ਗੁਰੂ ਨਾਨਕ ਸਾਹਿਬ ਚੱਲੇ ਤੇ ਦੁਨੀਆ ਵੀ ਚੱਲ ਪਈ, ਮਗਰ ਸੰਗਤਾਂ ਵੀ ਚੱਲ ਪਈਆਂ। ਵੇਖਿਆ ਬੜਾ ਇਕੱਠ ਹੈ, ਤੇ ਸਤਿਗੁਰਾਂ ਨੇ ਕੀ ਕੌਤਕ ਵਰਤਾਇਆ। ਚਾਂਦੀ ਦੇ ਪੈਸੇ ਖਿਲਰੇ ਹੋਏ ਲੋਕਾਂ ਨੂੰ ਨਜ਼ਰ ਆਏ। ਜਿਹੜੇ ਤੇ ਸੰਸਾਰ ਲੱਭਦੇ ਪਏ ਸੀ ਨਾ, ਸੰਸਾਰ ਦੀ ਵਸਤੂ ਲੱਭਦੇ ਪਏ, ਉਹਨਾਂ ਨੇ ਚੁੱਕੀ ਮਾਇਆ ਤੇ ਘਰ ਨੂੰ ਚਲੇ ਗਏ। ਗੁਰੂ ਤੇ ਇੱਥੇ ਹੀ ਹੈ, ਕੱਲ੍ਹ ਨੂੰ ਮਿਲ ਲਵਾਂਗੇ, ਪਰ ਆਹ ਜਿਹੜੀ ਚੀਜ਼ ਲੱਭੀ ਇਹ ਨਹੀਂ ਮਿਲਣੀ। ਜਿਹੜੇ ਥੋੜ੍ਹੇ ਜਿਹੇ ਪੱਕੇ ਸਨ ਇਰਾਦੇ ਦੇ, ਉਹ ਨਹੀਂ ਗਏ। ਫਿਰ ਕੀ ਕੀਤਾ, ਸੋਨੇ ਦੀਆਂ ਮੋਹਰਾਂ, ਸੋਨੇ ਦੇ ਰੁਪਈਏ ਵਿਖਾ ਦਿੱਤੇ। ਹੁਣ ਸੋਨਾ ਵੇਖ ਕੇ ਕਿਹਦਾ ਮਨ ਨਹੀਂ ਡੋਲੇਗਾ। ਹੋਰ ਝੜ ਗਏ, ਚਲੋ ਗੁਰੂ ਨੂੰ ਕੱਲ੍ਹ ਨੂੰ ਮਿਲਾਂਗੇ, ਪਹਿਲਾਂ ਧਨ ਇਕੱਠਾ ਕਰੀਏ। ਵੇਖਿਆ ਥੋੜ੍ਹੇ ਹਾਲੇ ਵੀ ਬਾਕੀ ਨੇ। ਥੋੜ੍ਹਾ ਅੱਗੇ ਗਿਆ, ਹੀਰੇ ਵਿਖਾ ਦਿੱਤੇ। ਹੀਰੇ ਵੇਖ ਕੇ ਇਹੋ ਜਿਹਾ ਮਨ ਭਰਮਿਆ, ਸਾਰੇ ਹੀ ਉਹ ਲੈ ਕੇ ਹੀਰੇ ਚੁੱਕ ਕੇ ਜੇਬਾਂ ਵਿੱਚ ਪਾ ਕੇ, ਕੱਪੜੇ ਵਿੱਚ ਬੰਨ੍ਹ ਕੇ ਤੇ ਘਰ ਨੂੰ ਹੋ ਤੁਰੇ। ਪਰ ਭਾਈ ਲਹਿਣਾ ਸਾਹਿਬ ਮਹਾਰਾਜ ਦੇ ਨਾਲ ਨਾਲ, ਕਿਉਂਕਿ ਉਹਨਾਂ ਨੂੰ ਪਤਾ ਹੈ ਨਾ ਚਾਂਦੀ ਦੇ ਰੁਪਈਏ ਨੇ, ਨਾ ਸੋਨੇ ਦੇ ਰੁਪਈਏ, ਨਾ ਹੀਰੇ ਨੇ। ਜਿਹੜੀ ਪਿਆਸ ਹੈ ਨਾ ਮੈਨੂੰ ਮਿਲਣ ਦੀ ਪ੍ਰਮਾਤਮਾ ਦੇ ਨਾਲ, ਗੁਰੂ ਦੇ ਨਾਲ, ਉਹ ਇਹਨਾਂ ਨੇ ਬੁਝਾਉਣੀ ਨਹੀਂ ਹੈ। ਜੇ ਬੁਝਾਉਣੀ ਹੈ ਤਾਂ ਗੁਰੂ ਨਾਨਕ ਸਾਹਿਬ ਨੇ ਪਿਆਸ ਬੁਝਾਉਣੀ ਹੈ। ਮੈਨੂੰ ਦੁਨੀਆ ਦੇ ਪਦਾਰਥ ਨਹੀਂ ਚਾਹੀਦੇ, ਪਦਾਰਥਾਂ ਨੂੰ ਬਣਾਉਣ ਵਾਲਾ ਚਾਹੀਦਾ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਭਾਈ ਲੈਣਿਆ ਤੈਨੂੰ ਨਹੀਂ ਕੋਈ ਚਾਹੀਦਾ, ਵੇਖ ਹੀਰੇ ਮੋਤੀ ਸੋਨਾ ਚਾਂਦੀ। ਮਹਾਰਾਜ ਹੀਰੇ ਮੋਤੀਆਂ ਦਾ ਕੀ ਕਰਾਂਗਾ, ਇਹ ਕਿਛ ਥਿਰ ਨਾ ਰਹਾਈ, ਇਹ ਤੇ ਕੁਝ ਨਹੀਂ ਰਹਿਣ ਵਾਲੇ, ਅੱਜ ਨਹੀਂ ਤੇ ਕੱਲ ਖਰਚੇ ਜਾਣਗੇ। ਹਰ ਦੀਜੈ ਨਾਮ ਪਿਆਰੀ ਜੀਓ, ਮੇਰੀ ਤੇ ਪਿਆਸ ਇਹ ਹੈ ਵੀ ਪਿਆਰੀ ਨਾਮ ਦੀ ਦਾਤ ਮਿਲੇ। ਮਹਾਰਾਜ ਮੇਰੀ ਇਹਨਾਂ ਪਦਾਰਥਾਂ ਨਾਲ ਪਿਆਸ ਜਾਣੀ ਨਹੀਂ ਹੈ। ਗੁਰੂ ਨਾਨਕ ਦੇਵ ਪਾਤਸ਼ਾਹ ਕਹਿਣ ਲੱਗੇ, ਪ੍ਰਿਓ ਪ੍ਰਿਓ ਕਰਤੀ ਸਭ ਜਗ ਫਿਰੀ। ਇਹ ਸਾਰਾ ਜਗ, ਸਾਰਾ ਸੰਸਾਰ, ਸਾਰੀ ਸ੍ਰਿਸ਼ਟੀ ਰੱਬ ਰੱਬ ਕਰਦੀ, ਪਤੀ ਪਤੀ ਕਰਦੀ, ਪਰਮੇਸ਼ਰ ਪਰਮੇਸ਼ਰ ਕਰਦੀ ਫਿਰਦੀ ਹੈ। ਪਰ ਕਹਿਣ ਲੱਗੇ ਮੇਰੀ ਪਿਆਸ ਨਾ ਜਾਏ। ਪਿਆਸ ਨਹੀਂ ਗਈ ਹੈ, ਕਿਉਂਕਿ ਦੁਨੀਆ ਦੇ ਪਦਾਰਥ ਮੁੱਖ ਰੱਖ ਛੱਡੇ ਨਾ। ਪਦਾਰਥ ਲੈਂਦਾ ਰਿਹਾ, ਖਾਂਦਾ ਰਿਹਾ, ਰੱਬ ਨੂੰ ਜਪਿਆ ਜ਼ਰੂਰ ਹੈ, ਪਰ ਪਦਾਰਥ ਲੈ ਲੈ, ਰੱਬ ਨੂੰ ਨਹੀਂ ਲਿਆ। ਇਸ ਕਰਕੇ ਪਿਆਸ ਮਰੀ ਨਹੀਂ, ਮੁੱਕੀ ਨਹੀਂ ਹੈ। ਨਾਨਕ ਸਤਿਗੁਰ ਮਿਲਿਆ, ਮੇਰੀ ਪਿਆਸ ਗਈ, ਫਿਰ ਪਾਇਆ ਘਰ ਆਏ। ਗੁਰੂ ਨੂੰ ਮਿਲੇ ਨੇ ਨਾ, ਉਹਨਾਂ ਦੀ ਪਿਆਸ ਗਈ ਹੈ। ਪਿਆਸ ਤੇ ਲੱਗੀ ਹੈ, ਪਰ ਪਿਆਸਾ ਗਈ ਹੈ ਗੁਰੂ ਨੂੰ ਮਿਲਣ ਦੇ ਨਾਲ। ਜਦੋਂ ਗੁਰੂ ਨੇ ਅੰਮ੍ਰਿਤ ਦੀ ਦਾਤ ਦਿੱਤੀ ਨਾ, ਨਾਮ ਅੰਮ੍ਰਿਤ ਦੀ ਦਾਤ, ਫਿਰ ਪਿਆਸਾ ਚਲੇ ਜਾਂਦੀਆਂ। ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਾਰੀਆਂ ਭੁੱਖਾਂ ਪਿਆਸਾਂ ਚਲੇ ਗਈਆਂ, ਰਹਿ ਹੀ ਕੋਈ ਨਹੀਂ ਗਈ। ਤੇ ਮਹਾਰਾਜ ਕਹਿਣ ਲੱਗੇ, ਭਾਈ ਜਿਨ੍ਹਾਂ ਨੇ ਉਸ ਪਰਮਾਤਮਾ ਨੂੰ ਪਾਇਆ, ਉਹਨਾਂ ਦੀ ਭੁੱਖ ਪਿਆਸ ਚਲੇ ਜਾਂਦੀ। ਐਸੇ ਉਹ ਗੁਰਮੁਖ ਨੇ ਜਿਹੜੇ ਪਰਮਾਤਮਾ ਨੂੰ ਪ੍ਰਾਪਤ ਕਰ ਲੈਂਦੇ ਹਨ। ਪੌੜੀ ਆਪੇ ਤੰਤ ਪਰਮ ਤੰਤ ਸਭ ਆਪੇ, ਆਪੇ ਠਾਕੁਰ ਦਾਸ ਭਇਆ। ਅਕਾਲ ਪੁਰਖ ਐਸਾ ਸਮਰੱਥ ਹੈ, ਆਪ ਹੀ ਤੰਤ, ਤੰਤ ਕਹੀਏ ਜੀਵ, ਉਹ ਜੀਵ ਵੀ ਆਪ ਹੀ ਹੈ। ਇਹ ਜਿਹੜੇ ਸਾਡੇ ਸਰੀਰ ਨੇ ਨਾ, ਸਰੀਰ ਵੀ ਉਹ ਆਪ ਹੈ। ਸਾਡੇ ਸਰੀਰ ਦੇ ਵਿੱਚ ਬੈਠੀ ਹੋਈ ਜਿਹੜੀ ਆਤਮਾ ਹੈ, ਇਹ ਵੀ ਉਹ ਪਰਮਾਤਮਾ ਆਪ ਹੀ ਹੈ। ਆਪੇ ਤੰਤ, ਜੀਵ ਰੂਪ ਵੀ ਆਪ ਹੈ। ਪਰਮ ਤੰਤ ਆਪੇ, ਈਸ਼ਵਰ ਵੀ ਆਪ ਹੈ। ਸਰੀਰ ਵੀ ਆਪ ਹੈ, ਸਰੀਰ ਵਿੱਚ ਬੈਠੀ ਹੋਈ ਆਤਮਾ ਵੀ ਉਹ ਪਰਮਾਤਮਾ ਆਪ ਹੀ ਹੈ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਆਪੇ ਠਾਕੁਰ ਦਾਸ ਭਇਆ। ਉਹ ਠਾਕੁਰ ਮਾਲਕ ਵੀ ਆਪ ਹੈ ਗੁਰਮੁਖਾ, ਅਤੇ ਉਹ ਦਾਸ ਸੇਵਕ ਵੀ ਆਪ ਹੀ ਹੈ। ਸਭ ਕੁਝ ਆਪੇ ਹੀ ਹੋ ਰਿਹਾ ਹੈ।
ਕਦੇ ਦਾਸ ਹੈ, ਕਦੇ ਸੇਵਕ ਹੈ, ਕਦੇ ਮਾਲਕ ਹੈ, ਸਾਰਿਆਂ ਵਿੱਚ ਆਪ ਵਰਤਿਆ ਬੈਠਾ ਹੈ। ਆਪੇ 10 8 ਵਰਨ ਉਪਾਇਨ, ਆਪ ਬ੍ਰਹਮ ਆਪ ਰਾਜ ਲਿਆ। ਪਾਤਸ਼ਾਹ ਕਹਿਣ ਲੱਗੇ ਆਪ ਉਹਨੇ 18 ਵਰਨ ਪੈਦਾ ਕੀਤੇ, 10 ਤੇ ਪਲੱਸ 8, 10 ਤੇ 8 18 ਦੀ ਗਿਣਤੀ ਬਣ ਜਾਂਦੀ ਹੈ। ਉਹਨੇ 18 ਵਰਨ ਪੈਦਾ ਕੀਤੇ ਨੇ। 18 ਵਰਨ ਕਿਹੜੇ ਨੇ? ਖੱਤਰੀ, ਬ੍ਰਾਹਮਣ, ਸ਼ੂਦਰ ਤੇ ਵੈਸ਼। ਇਹ 4 ਵਰਨ ਨੇ ਜਿਨ੍ਹਾਂ ਨੂੰ ਸ਼ੁੱਧ ਵਰਨ ਆਖਿਆ ਜਾਂਦਾ। ਬ੍ਰਾਹਮਣਾਂ ਦੇ ਵਿੱਚ ਕੇਵਲ ਬ੍ਰਾਹਮਣ ਜਾਤ ਇੱਕ ਹੈ, ਕਈ ਗੋਤਾਂ ਨੇ, ਪਰ ਉਹ ਸਾਰਿਆਂ ਦਾ ਵਰਨ ਇੱਕੋ ਹੀ ਮੰਨਿਆ ਜਾਂਦਾ, ਬ੍ਰਾਹਮਣ ਵਰਨ। ਦੂਜੇ ਨੰਬਰ ਤੇ ਦੂਜਾ ਵਰਨ ਹੈ ਖੱਤਰੀ। ਖੱਤਰੀਆਂ ਵਿੱਚ ਜਾਤ ਇੱਕ ਹੈ ਪਰ ਗੋਤਾਂ ਕਈ ਨੇ, ਪਰ ਉਹ ਸਾਰੇ ਖੱਤਰੀ ਜਿਹੜੇ ਨੇ ਉਹ ਇੱਕੋ ਹੀ ਵਰਨ ਦੇ ਮੰਨੇ ਜਾਣਗੇ, ਖੱਤਰੀ ਵਰਨ। ਤੇ ਤੀਜੇ ਨੰਬਰ ਤੇ ਹੈ ਵੈਸ਼। ਵੈਸ਼ ਦੇ ਵਿੱਚ ਕਈ ਜਾਤਾਂ ਤੇ ਕਈ ਗੋਤਾਂ ਨੇ, ਇੱਕ ਨਹੀਂ ਹੈ। ਜਿਹੜਾ ਵਪਾਰ ਕਰਨ ਵਾਲਾ ਹੈ, ਜਿਹੜਾ ਖੇਤੀ ਕਰਨ ਵਾਲਾ, ਉਹ ਕੋਈ ਵੀ ਹੈ, ਉਸ ਨੂੰ ਵੈਸ਼ ਸਮਝਿਆ ਜਾਏਗਾ। ਉਹਦੇ ਵਿੱਚ ਜਾਤਾਂ ਵੀ ਕਈ ਨੇ, ਉਹਦੇ ਵਿੱਚ ਗੋਤਾਂ ਵੀ ਕਈ ਨੇ। ਤੇ ਸ਼ੂਦਰ ਉਹਨੂੰ ਕਿਹਾ ਜਾਂਦਾ ਜਿਹੜੇ ਘਰ ਦੇ ਕੰਮ ਕਰਨ ਵਾਲੇ, ਕੋਈ ਪਾਣੀ ਢੋਣ ਵਾਲਾ, ਕੋਈ ਸਫਾਈ ਕਰਨ ਵਾਲਾ, ਘਰ ਦੇ ਨੌਕਰਾਂ ਦੀ ਕੰਮ ਕਰਦੇ, ਨੌਕਰਾਂ ਦੀ ਥਾਂ ਤੇ ਜਿਹੜੇ ਕੰਮ ਕਰਦੇ, ਉਹਨਾਂ ਨੂੰ ਕਿਹਾ ਜਾਂਦਾ ਸ਼ੂਦਰ। ਉਹਦੇ ਵਿੱਚ ਵੀ ਕਈ ਜਾਤਾਂ ਤੇ ਕਈ ਗੋਤਾਂ ਨੇ। ਇਹ ਨੇ 4 ਆਸ਼ਰਮ। ਇਹਨਾਂ ਤੋਂ ਬਿਨਾਂ 12 ਆਸ਼ਰਮ ਉਹ ਨੇ ਜਿਹੜੇ ਆਪਸ ਵਿੱਚ ਰਲ ਮਿਲ ਕੇ ਬਣੇ ਨੇ। ਰਲ ਮਿਲ ਕੇ ਕੀ ਬਣੇ? ਇੱਕ ਜਾਤੀ ਦੀ ਲੜਕੀ ਨੇ ਹੋਰ ਕਿਸੇ ਜਾਤੀ ਦੇ ਲੜਕੇ ਨਾਲ ਵਿਆਹ ਕਰਵਾ ਲਿਆ, ਜਾਂ ਹੋਰ ਲੜਕੇ ਨੇ ਕਿਸੇ ਹੋਰ ਲੜਕੀ ਨਾਲ ਵਿਆਹ ਕਰਵਾ ਲਿਆ, ਜਾਂ ਦੂਜੇ ਧਰਮ ਦੇ ਵਿੱਚ ਜਾ ਕੇ ਵਿਆਹ ਕਰਵਾ ਲਿਆ। ਅੱਜ ਹੁੰਦਾ ਨਾ ਕਲਯੁੱਗ ਦੇ ਵਿੱਚ ਇਸੇ ਤਰ੍ਹਾਂ, ਆਪਣੀ ਜਾਤ ਕੋਈ ਹੈ, ਬਰਾਦਰੀ ਕੋਈ ਹੈ, ਅਗਲੇ ਦੀ ਕੋਈ ਹੈ, ਆਪਣਾ ਧਰਮ ਕੋਈ, ਦੂਜੇ ਦਾ ਕੋਈ ਹੈ। ਤੇ ਕੀ ਆਖਦੇ? ਕਹਿੰਦੇ ਵੀ ਸਾਡੀ ਆਜ਼ਾਦੀ ਹੈ, ਸਾਡਾ ਮਨ ਜਿੱਥੇ ਜੋ ਕਰੇਗਾ ਅਸੀਂ ਕਰਾਂਗੇ। ਆਪਣੇ ਧਰਮ ਦੇ ਵਿੱਚੋਂ ਜਾਂ ਆਪਣੇ ਖਾਨਦਾਨ ਗੋਤ ਵਿੱਚੋਂ, ਆਪਣੀ ਜਾਤ ਵਿੱਚੋਂ ਬਾਹਰ ਜਾ ਕੇ ਦੂਜੇ ਨਾਲ ਕਰਾਇਆ ਵਿਆਹ, ਕਹਿੰਦੇ ਇਸ ਤਰ੍ਹਾਂ ਦੇ ਰਲ ਮਿਲ ਕੇ ਫਿਰ 12 ਵਰਨ ਬਣੇ। 12 ਵਰਨ ਉਹ ਨੇ ਜਿਹੜੇ ਰਲ ਮਿਲ ਕੇ ਬਣ ਗਏ। 4 ਵਰਨ ਜਿਹੜੇ ਆਪਾਂ ਸੁਣ ਲਏ ਨੇ, 12 ਤੇ 4 16 ਹੋ ਗਏ। ਪਰ ਮਹਾਰਾਜ ਨੇ ਇੱਥੇ 18 ਵਰਨਾਂ ਦੀ ਗੱਲ ਕੀਤੀ ਹੈ। 2 ਵਰਨ ਦੂਜੇ ਕਿਹੜੇ ਨੇ? ਦੂਜੇ 2 ਵਰਨ ਉਹ ਨੇ ਜਿਹੜੀ ਇਸਤਰੀ ਵਿਧਵਾ ਹੋ ਗਈ ਹੈ, ਘਰ ਵਾਲਾ ਮਰ ਗਿਆ, ਰੰਡੀ ਹੋ ਗਈ ਹੈ, ਰੰਡੀ ਨੇ ਬਾਅਦ ਵਿੱਚ ਬਾਲਕ ਨੂੰ ਜਨਮ ਦੇ ਦਿੱਤਾ। ਉਸ ਰੰਡੀ ਦੇ ਘਰ ਵਿੱਚ ਪੈਦਾ ਹੋਈ ਸੰਤਾਨ ਜਿਹੜੀ ਹੈ, ਇੱਕ ਵਰਨ ਉਹ ਵੱਖਰਾ ਹੈ ਦੁਨੀਆ ਦੇ ਨਾਲੋਂ, ਤੇ ਇੱਕ ਉਹਨੂੰ ਵਿੱਚ ਮਿਲਾ ਦਈਏ 17 ਬਣ ਜਾਂਦੇ। ਤੇ 18ਵਾਂ ਵਰਨ ਉਸ ਨੂੰ ਕਿਹਾ ਜਾਂਦਾ ਹੈ ਜਿਸ ਲੜਕੀ ਦਾ ਵਿਆਹ ਨਹੀਂ ਹੋਇਆ, ਕੁਆਰੀ ਹੈ, ਤੇ ਉਹਨੇ ਸੰਤਾਨ ਪੈਦਾ ਕਰ ਦਿੱਤੀ ਹੈ। ਕੁਆਰੀ ਲੜਕੀ ਦੀ ਕੁੱਖੋਂ ਪੈਦਾ ਹੋਇਆ ਬੱਚਾ, ਉਹਦਾ ਵਰਨ ਵੱਖਰਾ। ਇਸ ਤਰ੍ਹਾਂ 18 ਵਰਨਾਂ ਦੀ ਗਿਣਤੀ ਜਿਹੜੀ ਹੈ ਵਿਦਵਾਨਾਂ ਨੇ ਗ੍ਰੰਥਾਂ ਵਿੱਚ ਕੀਤੀ ਹੈ। 4 ਵਰਨ ਉਹ ਨੇ ਖੱਤਰੀ, ਬ੍ਰਾਹਮਣ, ਸ਼ੂਦਰ ਤੇ ਵੈਸ਼। 12 ਵਰਨ ਉਹ ਨੇ ਜਿਹੜੇ ਰਲ ਮਿਲ ਕੇ ਬਣੇ ਨੇ ਇੱਕ ਦੂਜੇ ਦੇ ਨਾਲ, ਇੱਕ ਦੂਜੇ ਦੇ ਧਰਮ ਵਿੱਚ ਜਾ ਕੇ, ਗੋਤ ਜਾਤ ਵਿੱਚ ਜਾ ਕੇ। 12 ਤੇ 4 16। ਇੱਕ ਵਰਨ ਉਹ ਹੈ ਜਿਹੜਾ ਵਿਧਵਾ ਔਰਤ ਨੇ ਬੱਚੇ ਨੂੰ ਜਨਮ ਦੇ ਦਿੱਤਾ। ਇੱਕ ਵਰਨ ਉਹ ਹੈ ਜਿਹੜਾ ਬਿਨਾਂ ਵਿਆਹ ਤੋਂ ਲੜਕੀ ਨੇ ਬੱਚੇ ਨੂੰ ਜਣਿਆ ਹੈ। ਇਸ ਤਰ੍ਹਾਂ 18 ਵਰਨ ਨੇ। ਮਹਾਰਾਜ ਕਹਿਣ ਲੱਗੇ ਭਾਈ ਬਚਨ ਇਹ ਤੁਹਾਨੂੰ ਦੱਸਦੇ ਪਏ ਹਾਂ ਕਿ ਉਸ ਅਕਾਲ ਪੁਰਖ ਨੇ ਆਪੇ 10 8 ਵਰਨ ਉਪਾਇਨ, ਇਹ 18 ਵਰਨ ਉਸਨੇ ਪੈਦਾ ਕੀਤੇ। ਆਪ ਬ੍ਰਹਮ ਆਪ ਰਾਜ ਲਿਆ। ਬ੍ਰਹਮਾ ਵੀ ਆਪ ਹੋ ਰਿਹਾ ਤੇ ਰਾਜ ਭਾਗ ਆਪ ਚਲਾਉਣ ਵਾਲਾ ਹੈ। ਆਪੇ ਮਾਰੇ ਆਪੇ ਛੋੜੈ, ਆਪੇ ਬਖਸ਼ੇ ਕਰੇ ਦਇਆ। ਆਪ ਹੀ ਮਾਰਨ ਵਾਲਾ ਹੈ। ਜਦੋਂ ਸਜ਼ਾ ਦਿੰਦਾ ਨਾ, ਸਜ਼ਾ ਦੇਣ ਵਾਲਾ ਟੀਚਰ ਵੀ ਆਪ ਹੈ, ਅਧਿਆਪਕ ਵੀ ਆਪ ਹੋ ਰਿਹਾ। ਆਪੇ ਮਾਰੇ ਆਪੇ ਛੋੜੈ, ਫਿਰ ਮਾਫ ਕਰਨ ਵਾਲਾ ਵੀ ਆਪ ਹੈ। ਜੱਜ ਬਣ ਕੇ ਮਾਫ ਵੀ ਕਰ ਦਿੰਦਾ। ਮਾਰਨ ਵਾਲਿਆਂ ਵਿੱਚ ਵੀ ਆਪ ਆਉਂਦਾ, ਛੱਡਣ ਵਾਲਿਆਂ ਵਿੱਚ ਵੀ ਆਪ ਆਉਂਦਾ। ਆਪੇ ਬਖਸ਼ੇ, ਬਖਸ਼ ਵੀ ਆਪ ਦਿੰਦਾ ਤੇ ਦਇਆ ਵੀ ਆਪ ਕਰਨ ਵਾਲਾ ਹੈ। ਆਪ ਭੁੱਲ ਨਾ ਭੁੱਲੇ ਕਬਹੀ, ਸਭ ਸੱਚ ਤਪਾਵਸ ਸੱਚ ਥਿਆ। ਅਕਾਲ ਪੁਰਖ ਆਪ ਅਭੁੱਲ ਹੈ, ਕਦੇ ਗਲਤੀ ਵਿੱਚ ਨਹੀਂ ਆਉਂਦਾ। ਦੁਨੀਆ ਵਿੱਚ ਸਿਆਣੇ ਤੋਂ ਸਿਆਣਾ ਬੰਦਾ, ਬਜ਼ੁਰਗ ਉਮਰ ਦਾ ਬੰਦਾ
ਵੀ ਗਲਤੀ ਕਰ ਜਾਂਦਾ ਹੈ, ਗਲਤੀ ਹੋ ਜਾਂਦੀ ਹੈ। ਬਹੁਤਾ ਪੜ੍ਹਿਆ ਵਿਦਵਾਨ ਵੀ ਗਲਤੀ ਕਰ ਜਾਂਦਾ ਹੈ। ਤੇ ਆਪਾਂ ਬਚਨ ਪੜ੍ਹਦੇ ਆ ਨਾ ਵੀ ਰਾਵਣ ਵਰਗਾ ਵਿਦਵਾਨ ਕੋਈ ਨਹੀਂ ਹੋਇਆ, ਬੜੇ ਗ੍ਰੰਥ ਪੜ੍ਹੇ, ਬੜਾ ਵੱਡਾ ਬ੍ਰਾਹਮਣ ਸੀ, ਬ੍ਰਾਹਮਣ ਦਾ ਹੀ ਪੁੱਤਰ ਹੈ ਤੇ ਗ੍ਰੰਥਾਂ ਨੂੰ ਪੜ੍ਹਨ ਦਾ ਮੁਹਾਰਤ ਰੱਖਦਾ, ਗਿਆਨ ਰੱਖਦਾ, ਪਰ ਗਲਤੀ ਤੇ ਉਹ ਵੀ ਤੇ ਕਰ ਗਿਆ ਨਾ। ਉਹਨੂੰ ਮੂਰਖ ਹੀ ਆਖਿਆ ਨਾ, ਮੂਰਖ ਰਾਵਣ ਕਿਆ ਲੈ ਗਿਆ। ਵਿਦਵਾਨ ਜਿਹੜਾ ਹੈ ਉਹ ਵੀ ਗਲਤੀ ਕਰਦਾ। ਇਹ ਪਾਤਸ਼ਾਹ ਕਹਿਣ ਲੱਗੇ ਦੁਨੀਆ ਦੇ ਲੋਕ ਵੀ ਗਲਤੀ ਕਰਦੇ ਨੇ, ਸਿਆਣੀ ਉਮਰ ਦਾ ਵਿਅਕਤੀ ਵੀ ਗਲਤੀ ਕਰ ਜਾਂਦਾ ਹੈ, ਪਰ ਪਰਮੇਸ਼ਰ ਇਹੋ ਜਿਹਾ ਜਿਹੜਾ ਗਲਤੀ ਨਹੀਂ ਕਰਦਾ। ਭੁੱਲਣ ਅੰਦਰ ਸਭ ਕੋ ਆ ਭੁੱਲ ਗੁਰੂ ਕਰਤਾਰ। ਸਾਰੀ ਦੁਨੀਆ ਭੁੱਲ ਵਿੱਚ ਆਉਂਦੀ ਹੈ। ਜੇ ਨਹੀਂ ਭੁੱਲਦਾ ਤੇ ਗੁਰੂ ਨਹੀਂ ਭੁੱਲਦਾ, ਜੇ ਨਹੀਂ ਭੁੱਲਦਾ ਤੇ ਪਰਮਾਤਮਾ ਨਹੀਂ ਭੁੱਲਦਾ। ਪਰਮਾਤਮਾ ਤੇ ਗੁਰੂ ਤੋਂ ਬਿਨਾਂ ਸਾਰੀ ਦੁਨੀਆ ਕੋਲੋਂ ਭੁੱਲ ਹੁੰਦੀ ਹੈ, ਗਲਤੀ ਹੁੰਦੀ ਹੈ। ਸਤਿਗੁਰੂ ਪਾਤਸ਼ਾਹ ਇੱਥੇ ਬਖਸ਼ਿਸ਼ ਕਰਦੇ ਨੇ, ਕਹਿਣ ਲੱਗੇ ਆਪ ਅਭੁੱਲ ਨਾ ਭੁੱਲੈ ਕਬਹੀ, ਕਦੇ ਵੀ ਨਹੀਂ। ਇਹ ਨਹੀਂ ਵੀ ਅੱਜ ਨਹੀਂ ਗਲਤੀ ਕੀਤੀ ਕੱਲ ਕਰੇਗਾ, ਕਦੇ ਵੀ ਨਹੀਂ ਕਰੇਗਾ, ਨਾ ਪਰਮਾਤਮਾ ਤੇ ਨਾ ਗੁਰੂ। ਅੱਜ ਸਾਡੇ ਵਿੱਚ ਕਈ ਲੋਕ ਇਹੋ ਜਿਹੇ ਨੇ, ਸਾਡੇ ਧਰਮ ਦੇ ਵਿੱਚ ਆ ਗਏ, ਉਹ ਸਾਡੇ ਗੁਰੂ ਦੇ ਵਿੱਚ ਹੀ ਗਲਤੀਆਂ ਕੱਢਣ ਨੂੰ ਯਤਨ ਕਰਨਗੇ। ਫਲਾਣਾ ਕੰਮ ਮਹਾਰਾਜ ਨੂੰ ਕਰਨਾ ਨਹੀਂ ਸੀ ਚਾਹੀਦਾ। ਜਦੋਂ 10ਵੇਂ ਪਾਤਸ਼ਾਹ ਮਹਾਰਾਜ ਨੇ ਜੰਗ ਲੜੇ ਨਾ ਮੁਗਲਾਂ ਦੇ ਨਾਲ, ਤੇ ਰਾਜਪੂਤ ਜਿਹੜੇ ਰਾਜੇ ਸਨ, ਪਹਾੜੀ ਰਾਜੇ, ਤੇ ਮਹਾਰਾਜ ਨੂੰ ਕਈ ਸਮਝਾਉਣ ਵਾਸਤੇ ਚਲੇ ਗਏ ਰਾਮਿਆਣੇ ਦੀ ਧਰਤੀ 'ਤੇ। ਮਹਾਰਾਜ ਇਹ ਗਲਤੀ ਕਰ ਲਈ, ਸਰਕਾਰਾਂ ਨਾਲ ਕਿਉਂ ਵੈਰ ਪਾਉਣੇ ਨੇ, ਇਹ ਗਲਤੀ ਕੀਤੀ ਹੈ। ਪਰ ਉਹ ਭੁੱਲ ਗਏ, ਗੁਰੂ ਕਦੇ ਗਲਤੀ ਵਿੱਚ ਨਹੀਂ ਆਉਂਦਾ, ਕਦੇ ਭੁੱਲ ਵਿੱਚ ਨਹੀਂ ਆਉਂਦਾ। ਗੁਰੂ ਸਮਰੱਥ ਹੈ। ਸੱਚ ਤਪਾਵਸ ਸੱਚ ਤਿਆ, ਉਸ ਪਰਮਾਤਮਾ ਦਾ ਕੀਤਾ ਹੋਇਆ ਤਪਾਵਸ ਜਿਹੜਾ ਨਿਆਂ ਹੈ ਉਹ ਵੀ ਸੱਚਾ ਹੈ। ਤਾਂ ਹੀ ਬਾਣੀ ਦਾ ਬਚਨ ਹੈ ਨਾ, ਪੂਰਾ ਨਿਆਓ ਕਰੇ ਕਰਤਾਰ। ਦੁਨੀਆ ਦਾ ਬੰਦਾ ਨਿਆਂ ਕਰਨ ਵਾਸਤੇ ਆਪਣੇ ਬੰਦੇ ਦਾ ਪੱਖ ਕਰ ਜਾਏਗਾ, ਭਾਵੇਂ ਪੰਚਾਇਤ ਵਿੱਚ ਬੈਠਾ ਹੈ, ਭਾਵੇਂ ਜੱਜ ਦੀ ਕੁਰਸੀ 'ਤੇ ਬੈਠਾ ਹੈ, ਕਦੇ ਕਦੇ ਪੱਖ ਕਰਕੇ ਮਾਫ ਕਰੇਗਾ, ਛੱਡ ਵੀ ਦੇਵੇਗਾ, ਘੱਟ ਵੀ ਸਜ਼ਾ ਦੇ ਦੇਵੇਗਾ। ਪਰਮਾਤਮਾ ਇੱਕ ਇਹੋ ਜਿਹਾ, ਉਹਦਾ ਨਿਆਂ ਪੂਰੇ ਦਾ ਪੂਰਾ ਹੈ। ਉਹ ਕਦੇ ਕਿਸੇ ਦੀ ਗਲਤੀ ਨੂੰ ਬਖਸ਼ਦਾ ਨਹੀਂ। ਜਦੋਂ ਸਜ਼ਾ ਦੇਣ 'ਤੇ ਆਉਂਦਾ, ਉਹਦੇ ਨਿਆਂ ਵਿੱਚ ਕਮੀ ਕੋਈ ਨਹੀਂ ਹੈ। ਆਪੇ ਜਿਨ੍ਹਾਂ ਬੁਝਾਏ ਗੁਰਮੁਖ, ਤਿਨ ਅੰਦਰੋਂ ਦੂਜਾ ਭਰਮ ਗਿਆ। ਗੁਰਮੁਖਾਂ ਨੂੰ ਆਪ ਬੁਝਾਰਤ ਬੁਝਾਉਂਦਾ ਹੈ, ਭਾਵ ਕਿ ਸਮਝਾਉਂਦਾ ਹੈ। ਜਿਨ੍ਹਾਂ ਨੂੰ ਬੁਝਾਰਤ ਸਮਝਾਉਣੀ ਚਾਹੁੰਦਾ ਹੈ, ਉਹਨਾਂ ਨੂੰ ਗੁਰਮੁਖ ਬਣਾ ਕੇ ਤਿੰਨ ਅੰਦਰੋਂ ਦੂਜਾ ਭਰਮ ਗਿਆ, ਉਹਨਾਂ ਦੇ ਅੰਦਰੋਂ ਭਰਮ ਕੱਢ ਦਿੰਦਾ, ਖਤਮ ਕਰ ਦਿੰਦਾ। ਐਸਾ ਉਹ ਸਮਰੱਥ ਹੈ। ਸ਼ਲੋਕ ਮਹੱਲਾ ਪੰਜਵਾਂ। ਹਰ ਨਾਮ ਨਾ ਸਿਮਰੇ ਸਾਧ ਸੰਗ, ਤੈ ਤਨ ਉੱਡੈ ਖੇ। ਗੁਰੂ ਅਰਜਨ ਦੇਵ ਪਾਤਸ਼ਾਹ ਜੀਆਂ ਦਾ ਸ਼ਲੋਕ ਹੈ। ਮਹਾਰਾਜ ਕਹਿਣ ਲੱਗੇ ਜਿਹੜੇ ਸਾਧ ਸੰਗਤ ਵਿੱਚ ਬੈਠ ਕੇ ਨਾਮ ਨਹੀਂ ਨਾ ਜਪਦੇ, ਉਹਨਾਂ ਦੇ ਸਰੀਰ ਦੇ ਉੱਪਰ ਲਾਹਣਤਾਂ ਦੀ ਖੇਹ ਉੱਡਦੀ ਰਹਿੰਦੀ ਹੈ। ਲਾਹਣਤਾਂ ਹੀ ਪੈਂਦੀਆਂ ਜ਼ਿੰਦਗੀ ਦੇ ਵਿੱਚ ਉਹਨਾਂ। ਜਿਨ੍ਹਾਂ ਨੇ ਇਸ ਜਨਮ ਦੇ ਵਿੱਚ ਆ ਕੇ ਸੰਗਤ ਵਿੱਚ ਬੈਠ ਕੇ ਨਾਮ ਨਹੀਂ ਜਪਿਆ, ਪਾਤਸ਼ਾਹ ਕਹਿਣ ਲੱਗੇ ਲਾਹਣਤਾਂ ਦੀ ਖੇਹ ਹਰ ਵੇਲੇ ਫਿੱਟੇ ਮੂੰਹ ਫਿੱਟੇ ਮੂੰਹ ਫਿੱਟੇ ਮੂੰਹ ਹੀ ਹੁੰਦੀ ਰਹਿੰਦੀ ਹੈ। ਉਹਨਾਂ ਦੇ ਜੀਵਨ ਨੂੰ ਲਾਹਣਤ ਹੀ ਪੈਂਦੀ ਰਹਿੰਦੀ ਹੈ। ਹਰ ਵੇਲੇ ਗਾਲਾਂ ਹੀ ਪੈਂਦੀਆਂ ਰਹਿੰਦੀਆਂ, ਹਰ ਵੇਲੇ ਮੂੰਹ 'ਤੇ ਥੁੱਕਾਂ ਹੀ ਪੈਂਦੀਆਂ ਰਹਿੰਦੀਆਂ ਨੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਨਾਮ ਨਹੀਂ ਜਪਿਆ, ਲਾਹਣਤਾਂ ਦੀ ਖੇਹ ਹਰ ਵੇਲੇ ਮੂੰਹ 'ਤੇ ਪਾਉਂਦਾ ਰਹਿੰਦਾ। ਫਿਰ ਬਖਸ਼ਿਸ਼ ਕਰਦੇ ਹਨ। ਹਰ ਨਾਮ ਨਾ ਸਿਮਰੇ ਸਾਧ ਸੰਗ, ਤੈ ਤਨ ਉੱਡੈ ਖੇ। ਨਾਮ ਨਹੀਂ ਜਪਿਆ, ਉਹਨਾਂ ਦੇ ਤਨ ਖੇਹ ਬਣ ਕੇ ਉੱਡ ਜਾਣਗੇ। ਖੇਹ ਕਹਿੰਦੇ ਸਵਾਹ, ਜਿਹੜਾ ਸਰੀਰ ਬੜਾ ਵੱਡਾ ਲਈ ਫਿਰਦਾ ਨਾ, ਇਹ ਸਰੀਰ ਇੱਕ ਦਿਨ ਸਮਾਂ ਆਵੇਗਾ, ਨਾਮ ਨਹੀਂ ਜਪਿਆ ਇਸਨੇ ਸੜ ਜਾਣਾ, ਤੇ ਸੜ ਕੇ ਸਵਾਹ ਬਣ ਕੇ ਜਦੋਂ ਹਵਾ ਦਾ ਬੁੱਲਾ ਆਵੇਗਾ, ਪਤਾ ਨਹੀਂ ਸਵਾਹ ਕਿੱਧਰ ਨੂੰ ਉੱਡ ਜਾਣੀ। ਕਬੀਰਾ ਧੂਰ ਸਕੇਰ ਕੈ ਪੁਰੀਆ ਬਾਂਧੀ ਦੇ, ਦਿਵਸ ਚਾਰ ਕੋ ਪੇਖਣਾ ਅੰਤ ਖੇ ਕੀ ਖੇ। 4 ਦਿਨ ਦਾ ਇਹ ਸਰੀਰ ਦਿਸਦਾ, ਅੰਤ ਨੂੰ ਇਹਨੇ ਸਵਾਹ ਹੋਣਾ। ਇਹ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਨਾਮ ਨਹੀਂ ਨਾ ਜਪਿਆ ਗੁਰਮੁਖਾ, ਤੇ ਬਚਨ ਇਹ ਹੈ ਕਿ ਇਹ ਤਨ ਨੇ ਇੱਕ ਦਿਨ ਖੇ ਹੋ ਜਾਣਾ, ਸਵਾਹ ਹੋ ਜਾਣਾ, ਸਵਾਹ ਬਣ ਕੇ ਉੱਡ ਜਾਣਾ, ਰਹਿਣਾ ਨਹੀਂ ਹੈ, ਦਿਸੇਗਾ ਨਹੀਂ। ਜਿਹੜਾ ਸਰੀਰ ਅੱਜ ਪ੍ਰਤੱਖ ਸਾਹਮਣੇ ਦਿਸਦਾ ਪਿਆ, ਕੱਲ੍ਹ ਨੂੰ ਇਹਦੀ ਫੋਟੋ ਰੱਖਣੀ ਪਵੇਗੀ ਵੇਖਣ ਵਾਸਤੇ। ਸਰੀਰ ਨਹੀਂ ਰੱਖ ਸਕਦਾ ਵਿਖਾਉਣ ਵਾਸਤੇ, ਕਿਉਂਕਿ ਉਹ ਸਰੀਰ ਤੇ ਸੁਆਹ ਬਣ ਕੇ ਉੱਡ ਗਿਆ ਹੈ। ਫਿਰ ਬਖਸ਼ਿਸ਼ ਕਰਦੇ ਹਨ। ਹਰ ਨਾਮ ਨਾ ਸਿਮਰੇ ਸਾਧ ਸੰਗ, ਤੈ ਤਨ ਉੱਡੈ ਖੇ। ਸਾਧ ਸੰਗਤ ਵਿੱਚ ਆ ਕੇ ਨਾਮ ਨਹੀਂ ਨਾ ਜਪਦੇ,
ਉਹਨਾਂ ਦੇ ਤਨ ਦੇ ਉੱਪਰ ਵਿਕਾਰਾਂ ਦੀ ਖੇ ਉੱਡਦੀ ਰਹਿੰਦੀ ਹੈ, ਕਦੇ ਕਾਮ ਦੀ, ਕਦੇ ਕ੍ਰੋਧ ਦੀ, ਕਦੇ ਲੋਭ ਦੀ, ਕਦੇ ਮੋਹ ਦੀ, ਕਦੇ ਹੰਕਾਰ ਦੀ। ਇਹ ਖੇ ਉਹਨਾਂ ਦੇ ਉੱਪਰ ਪੈਂਦੀ ਰਹਿੰਦੀ ਹੈ। ਕਦੇ ਕਾਮ ਦੀ ਖੇ ਖਾ ਲਈ, ਕਦੇ ਲੋਭ ਦੀ ਖਾ ਲਈ, ਕਦੇ ਹੰਕਾਰ ਦੀ ਖਾ ਲਈ, ਕਦੇ ਦੁਨੀਆ ਕੋਲੋਂ ਲਾਹਣਤਾਂ ਪਵਾ ਲਈਆਂ। ਐਸੀ ਖੇ ਉਹਨਾਂ ਦੇ ਤਨ ਦੇ ਉੱਪਰ ਉੱਡਦੀ ਰਹਿੰਦੀ ਹੈ, ਪੈਂਦੀ ਰਹਿੰਦੀ ਹੈ। ਮਹਾਰਾਜ ਕਿਹਨਾਂ ਦੇ? ਕਹਿੰਦੇ ਜਿਨ੍ਹਾਂ ਨੇ ਭਾਈ ਨਾਮ ਨਹੀਂ ਜਪਿਆ। ਹਰ ਨਾਮ ਨਾ ਸਿਮਰੈ ਸਾਧ ਸੰਗ। ਸਿਮਰਨ ਤੋਂ ਭਾਵ ਹੁੰਦਾ ਯਾਦ ਕਰਨਾ। ਜਿਨ੍ਹਾਂ ਸੰਗਤ ਵਿੱਚ ਬੈਠ ਕੇ ਵੀ ਰੱਬ ਨੂੰ ਯਾਦ ਨਹੀਂ ਨਾ ਕੀਤਾ। ਸੰਗਤ ਵਿੱਚ ਬੈਠਾ ਤੇ ਹੋਇਆ, ਪਰ ਯਾਦ ਸ਼ਕਤੀ ਕਿਤੇ ਹੋਰ ਹੈ, ਕਿਸੇ ਹੋਰ ਪਾਸੇ ਤੁਰੀ ਫਿਰਦੀ ਹੈ। ਆਪਣੇ ਘਰ ਵਿੱਚ ਬੈਠਾ ਹੋਇਆ ਹੈ, ਧਾਰਮਿਕ ਸਥਾਨ ਤੇ ਚਲਾ ਗਿਆ ਹੈ, ਪਰ ਧਾਰਮਿਕ ਸਥਾਨ ਤੇ ਜਾ ਕੇ ਵੀ ਰੱਬ ਨੂੰ ਯਾਦ ਨਹੀਂ ਕੀਤਾ, ਸਗੋਂ ਹੋਰਾਂ ਧੰਦਿਆਂ ਵਿੱਚ ਪੈ ਗਿਆ। ਪਾਤਸ਼ਾਹ ਕਹਿਣ ਲੱਗੇ ਐਸੇ ਮਨੁੱਖ ਦੇ ਤਨ ਦੇ ਉੱਪਰ ਵਿਕਾਰਾਂ ਦੀ ਖੇ ਪੈਂਦੀ ਰਹਿੰਦੀ ਹੈ। ਧਾਰਮਿਕ ਸਥਾਨ ਤੇ ਕਾਹਦੇ ਵਾਸਤੇ ਗਿਆ? ਕਾਮ ਦੀ ਪੂਰਤੀ ਵਾਸਤੇ। ਉੱਥੇ ਜਾ ਕੇ ਮਨੌਤ ਮੰਨਾਂਗਾ ਮੇਰੀ ਕਾਮ ਦੀ ਵਾਸ਼ਨਾ ਪੂਰੀ ਹੋਵੇ। ਧਾਰਮਿਕ ਸਥਾਨ ਤੇ ਕਿਉਂ ਚਲਾ ਗਿਆ? ਇਸ ਵਾਸਤੇ ਗਿਆ ਵੀ ਉੱਥੋਂ ਜਾ ਕੇ ਲੋਭ ਮੰਗਾਂਗਾ, ਪਦਾਰਥ ਮੰਗਾਂਗਾ। ਧਾਰਮਿਕ ਸਥਾਨ ਤੇ ਤਾਂ ਗਿਆ ਉੱਥੇ ਜਾ ਕੇ ਮੈਂ ਹੰਕਾਰ ਕਰ ਸਕਦਾ, ਮੈਂ ਇੰਨੀ ਵਾਰੀ ਗਿਆ। ਇਹ ਜਿਹੜੀ ਵਿਕਾਰਾਂ ਦੀ ਖੇਹ ਹੈ ਨਾ, ਧਾਰਮਿਕ ਸਥਾਨ ਤੇ ਜਾ ਕੇ ਜਿੱਥੇ ਰੱਬ ਨੂੰ ਯਾਦ ਕਰਨਾ ਚਾਹੀਦਾ ਸੀ, ਸੰਗਤ ਵਿੱਚ ਬੈਠ ਕੇ ਉੱਥੇ ਜਾ ਕੇ ਵੀ ਵਿਕਾਰਾਂ ਦੀ ਪੂਰਤੀ ਵਾਸਤੇ ਗਿਆ। ਤੇ ਅੱਜ ਕੱਲ੍ਹ ਦੇ ਲੋਕ ਕਲਯੁਗੀ ਐਸੇ ਨੇ, ਧਾਰਮਿਕ ਸਥਾਨਾਂ ਤੇ ਜਾਂਦੇ ਪਿਕਨਿਕ ਮਨਾਉਣ ਵਾਸਤੇ, ਛੁੱਟੀ ਕੱਟਣ ਵਾਸਤੇ, ਅਯਾਸ਼ੀ ਕਰਨ ਵਾਸਤੇ, ਨਸ਼ਾ ਕਰਨ ਵਾਸਤੇ, ਸਰੀਰਾਂ ਨੂੰ ਭੋਗਣ ਵਾਸਤੇ, ਹੋਟਲਾਂ ਵਿੱਚ ਰਹਿਣ ਵਾਸਤੇ। ਘਰੇ ਦੱਸ ਕੇ ਚੱਲਿਆ ਮੈਂ ਧਾਰਮਿਕ ਸਥਾਨ ਤੇ ਚੱਲਿਆ, ਮੈਂ ਦੇਵੀ ਦੇਵਤੇ ਦੀ ਯਾਤਰਾ ਕਰਨ ਚੱਲਿਆ, ਮੈਂ ਮੰਦਰ ਮਸੀਤ ਨੂੰ ਵੇਖਣ ਵਾਸਤੇ ਚੱਲਿਆ। ਪਰ ਉੱਥੇ ਜਾ ਕੇ ਕੀ ਕਰਦੇ ਨੌਜਵਾਨ ਜਿਹੜੇ ਨੇ? ਉੱਥੇ ਜਾ ਕੇ ਕੀ ਕਰਦੇ ਨੇ ਵਿਕਾਰੀ ਲੋਕ ਜਿਹੜੇ ਨੇ? ਧਾਰਮਿਕ ਸਥਾਨ ਦੀ ਤੇ ਕੇਵਲ ਇੱਕ ਬਹਾਨਾ ਹੈ, ਪਰ ਕੰਮ ਕਰਨਾ ਉਲਟਾ ਜਾ ਕੇ। ਮਹਾਰਾਜ ਕਹਿਣ ਲੱਗੇ ਸੰਗਤ ਵਿੱਚ ਜਾ ਕੇ, ਧਾਰਮਿਕ ਸਥਾਨ ਤੇ ਜਾ ਕੇ ਵੀ ਰੱਬ ਨੂੰ ਯਾਦ ਨਹੀਂ ਕੀਤਾ। ਇਹੋ ਜਿਹੇ ਵਿਕਾਰੀਆਂ ਦੇ ਸਰੀਰਾਂ ਦੇ ਉੱਪਰ ਵਿਕਾਰਾਂ ਦੀ ਖੇਹ ਪੈਂਦੀ ਰਹਿੰਦੀ, ਕਦੇ ਕਾਮ ਤੇ, ਕਦੇ ਕ੍ਰੋਧ, ਕਦੇ ਲੋਭ ਤੇ, ਕਦੇ ਮੋਹ। ਐਸੀ ਹਾਲਤ ਹੁੰਦੀ ਹੈ। ਜਿਨ ਕੀਤੀ ਤਿਸੈ ਨਾ ਜਾਣੈ, ਨਾਨਕ ਫਿਟ ਅਲੂਣੀ ਦੇ। ਅਕਾਲ ਪੁਰਖ ਨੇ ਇਹ ਤੇਰੇ ਸਰੀਰ ਨੂੰ ਬਣਾਇਆ ਹੈ। ਬਣਾ ਕੇ ਜਿਸ ਪ੍ਰਮਾਤਮਾ ਨੇ ਸਰੀਰ ਨੂੰ ਪਾਲਿਆ ਤੇ ਪੋਸਿਆ ਹੈ। ਸਰੀਰ ਬਣਾਉਣਾ ਪ੍ਰਮਾਤਮਾ ਦਾ ਕੰਮ ਹੈ। ਮਾਂ ਦੇ ਵਸ ਵਿੱਚ ਵੀ ਨਹੀਂ ਹੈ ਕਿ ਮੇਰੇ ਗਰਭ ਦੇ ਵਿੱਚ ਜੋ ਬਾਲਕ ਹੈ ਉਹਨੂੰ ਮੈਂ ਪਾਲ ਲਵਾਂ। ਨਹੀਂ, ਪਰਮਾਤਮਾ ਦੇ ਵਸ ਹੈ। ਜੇ ਬੰਦੇ ਦੇ ਵਸ ਵਿੱਚ ਹੋਵੇ ਤੇ ਕਦੇ ਕੋਈ ਮੁਰਦਾ ਸਰੀਰ ਪੈਦਾ ਨਾ ਹੋਵੇ। ਕੌਣ ਮਾਂ-ਬਾਪ ਚਾਹੁੰਦਾ? ਪਰ ਕਈ ਵਾਰੀ ਮੁਰਦੇ ਬਾਲਕ ਵੀ ਪੈਦਾ ਹੁੰਦੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਉਹ ਮਾਂ ਦੇ ਗਰਭ ਦੇ ਵਿੱਚ ਵੀ ਪਾਲਦਾ, ਫਿਰ ਦੁਨੀਆ ਤੇ ਲਿਆ ਕੇ ਪਾਲਦਾ, ਤੇਰੇ ਮੂੰਹ ਦੇ ਵਿੱਚ ਦੁੱਧ ਪਾਉਂਦਾ, ਤੇਰੇ ਮੂੰਹ ਦੇ ਵਿੱਚ ਅੰਨ ਪਾਉਂਦਾ, ਤੈਨੂੰ ਪਾਲਦਾ ਪਿਆ। ਪਰ ਪਰਮਾਤਮਾ ਦੇ ਨਾਮ ਨੂੰ ਜਪਿਆ ਨਹੀਂ। ਫਿੱਟ ਅਲੂਣੀ ਦੇ, ਤੇਰੀ ਜਿਹੜੀ ਦੇਹ ਸਰੀਰ ਹੈ ਨਾ, ਨਾਮ ਰੂਪੀ ਲੂਣ ਤੋਂ ਬਿਨਾ ਇਸ ਨੂੰ ਫਿੱਟੇ ਮੂੰਹ ਹੀ ਹੈ, ਲਾਹਣਤੀ ਹੈ। ਜਿਸ ਪ੍ਰਮਾਤਮਾ ਨੇ ਤੈਨੂੰ ਜਨਮ ਲੈਣ ਤੋਂ ਪਹਿਲਾਂ ਪਾਲਿਆ, ਜਿਸ ਨੇ ਜਨਮ ਦੇ ਕੇ ਫਿਰ ਤੈਨੂੰ ਪਾਲਿਆ, ਪਰ ਤੂੰ ਉਹਦਾ ਨਾਮ ਫਿਰ ਵੀ ਨਹੀਂ ਨਾ ਜਪਿਆ ਤੇ ਦੇਹ ਨੂੰ ਪਾਲਣ ਵਿੱਚ ਹੀ ਲੱਗ ਪਿਆ ਵੀ ਮੈਂ ਸੋਹਣਾ ਲੱਗਾ। ਸੀਸੇ ਅੱਗੇ ਘੰਟਾ ਘੰਟਾ ਖਲੋਤਾ ਰਹਿੰਦਾ, ਦੁਨੀਆ ਮੈਨੂੰ ਸੋਹਣੀ ਆਖੇ, ਸੋਹਣਾ ਆਖੇ। ਕਰਦਾ ਤੇ ਯਤਨ ਇਹ ਹੈ, ਪਰ ਜਿਹਨੇ ਸਰੀਰ ਦਿੱਤਾ ਸੀ, ਜਿਹਨੇ ਪਾਲਿਆ ਪੋਸਿਆ, ਉਹਨੂੰ ਚੇਤੇ ਨਹੀਂ ਕੀਤਾ। ਮਹਾਰਾਜ ਕਹਿੰਦੇ ਫਿੱਟ ਅਲੂਣੀ ਦੇ, ਨਾਮ ਰੂਪੀ ਲੂਣ ਤੋਂ ਬਿਨਾ, ਨਾਮ ਜਪੇ ਤੋਂ ਬਿਨਾ ਤੇਰੀ ਇਸ ਦੇਹ ਨੂੰ ਫਿੱਟੇ ਮੂੰਹ ਹੀ ਹੈ, ਲਾਹਣਤੀ ਹੈ, ਕੁਛ ਨਹੀਂ ਪ੍ਰਾਪਤ ਕੀਤਾ। ਜਿਹਨੇ ਪਾਲਿਆ ਬਣਾਇਆ ਉਹਨੂੰ ਯਾਦ ਨਹੀਂ ਕੀਤਾ ਹੈ। ਮਹੱਲਾ ਪੰਜਵਾਂ। ਘਟ ਵਸੈ ਚਰਨਾਰ ਬਿੰਦ, ਰਸਨਾ ਜਪੈ ਗੋਪਾਲ। ਗੁਰਮੁਖਾਂ ਦੇ ਘਟ ਕਹੀਏ ਹਿਰਦੇ ਦੇ ਵਿੱਚ। ਘਟ ਨਾਮ ਹਿਰਦੇ ਦਾ ਹੈ। ਜਿਨ੍ਹਾਂ ਦੇ ਹਿਰਦੇ ਵਿੱਚ ਵਸਦੇ ਨੇ ਚਰਨਾਰ ਬਿੰਦ। ਚਰਨਾਰ ਬਿੰਦ ਤੋਂ ਭਾਵ ਹੁੰਦਾ ਹੈ, ਅਰਬਿੰਦ ਕਹਿੰਦੇ ਕਮਲ ਦੇ ਫੁੱਲ ਨੂੰ, ਤੇ ਚਰਨ ਕਹਿੰਦੇ ਨੇ ਜਿਹੜੇ ਚਰਨ ਹੁੰਦੇ ਨੇ ਪ੍ਰਮਾਤਮਾ ਦੇ, ਜਿਹੜੇ ਚਰਨ ਨੇ ਕਮਲ ਫੁੱਲ ਵਰਗੇ ਨੇ। ਐਸੇ ਕਮਲ ਫੁੱਲ ਵਰਗੇ ਚਰਨ ਜਿਨ੍ਹਾਂ ਗੁਰਮੁਖਾਂ ਦੇ ਘਟ ਹਿਰਦੇ ਵਿੱਚ ਵਸਦੇ ਨੇ ਨਾ। ਦੂਜੀ ਨਿਸ਼ਾਨੀ ਕੀ ਹੈ? ਰਸਨਾ ਜਪੈ ਗੋਪਾਲ, ਜਿਨ੍ਹਾਂ ਦੀ ਜ਼ੁਬਾਨ ਗੋਪਾਲ ਦੇ ਨਾਮ ਨੂੰ ਜਪਦੀ ਹੈ।
ਇੱਕ ਤੇ ਉਹਨਾਂ ਨੇ ਰੱਬ ਦੇ ਚਰਨ ਆਪਣੇ ਹਿਰਦੇ ਵਿੱਚ ਵਸਾ ਲਏ ਨੇ, ਇੱਕ ਤੇ ਨਿਸ਼ਾਨੀ ਇਹ ਹੈ ਵੀ ਬਰਕਤ ਵਾਲੀ ਮਿਲ ਗਈ ਹੈ, ਤੇ ਦੂਜੀ ਨਿਸ਼ਾਨੀ ਇਹ ਹੈ ਵੀ ਉਹ ਆਪਣੀ ਜ਼ੁਬਾਨ ਦੇ ਨਾਲ ਉਸ ਪਰਮੇਸ਼ਰ ਦੇ ਨਾਮ ਨੂੰ ਜਪਦੇ ਹਨ। ਨਾਨਕ ਸੋ ਪ੍ਰਭ ਸਿਮਰਿਐ ਤਿਸ ਦੇਹੀ ਕਉ ਪਾਲ। ਅੱਛਾ ਕਹਿਣ ਲੱਗੇ ਜਿਸ ਦੇਹੀ ਦੇ ਨਾਲ ਰੱਬ ਦੇ ਨਾਮ ਨੂੰ ਸਿਮਰਿਆ ਜਾਣਾ, ਇਸ ਦੇਹ ਨੂੰ ਪਾਲਿਆ ਕਰ, ਇਸ ਦੇਹ ਨੂੰ ਪਾਲਣ ਪੋਸ਼ਣ ਕਰ, ਇਹਦੀ ਹਿਫਾਜ਼ਤ ਕਰਿਆ ਕਰ ਸਰੀਰ ਦੀ। ਸਰੀਰ ਨੂੰ ਕਦੇ ਭੁੱਖਾ ਨਾ ਰੱਖਿਆ ਕਰ, ਕਦੇ ਪਿਆਸਾ ਨਾ ਰੱਖਿਆ ਕਰ, ਕਦੇ ਸਰੀਰ ਨੂੰ ਕਸ਼ਟ ਦੇ ਕੇ ਮਾਰਨ ਦਾ ਯਤਨ ਨਾ ਕਰ। ਮਹਾਰਾਜ ਕਿਉਂ? ਕਹਿਣ ਲੱਗੇ ਭਾਈ ਇਸ ਦੇਹੀ ਤੋਂ ਬਿਨਾ ਨਾਮ ਨਹੀਂ ਉਹ ਜਪਿਆ ਜਾਣਾ। ਇਸ ਦੇਹੀ ਕੋ ਸਿਮਰੈ ਦੇਵ, ਦੇਵਤੇ ਚਾਹੁੰਦੇ ਮਨੁੱਖਾ ਜਨਮ ਮਿਲੇ, ਅਸੀਂ ਬੰਦਗੀ ਕਰਕੇ ਮੁਕਤ ਹੋਈਏ, ਕਿਉਂਕਿ ਦੇਵਤਾ ਵੀ ਮੁਕਤ ਨਹੀਂ ਹੈ। ਬ੍ਰਹਮ ਮਹੇਸ਼ਰ ਬਿਸ਼ਨ ਸਚੀ ਪਤ ਅੰਤ ਫਸੇ ਜਮ ਫਾਸ ਪਰੇਂਗੇ, 10ਵੇਂ ਪਾਤਸ਼ਾਹ ਦਾ ਬਚਨ ਹੈ। ਬਰਮਾ ਤੇ ਇੰਦਰ ਵਰਗਿਆਂ ਦੇ ਗਲ ਦੇ ਵਿੱਚ ਵੀ ਜਮਾਂ ਦੀ ਫਾਹੀ ਪੈਣੀ ਹੈ, ਮਰਨਾ ਉਹਨਾਂ ਨੇ ਵੀ ਹੈ, ਲੇਖਾ ਉਹਨੂੰ ਵੀ ਦੇਣਾ ਪੈਣਾ ਹੈ। ਪਰ ਜੇ ਮੁਕਤੀ ਹੋਣੀ ਹੈ ਤੇ ਇਕੱਲੇ ਮਨੁੱਖਾ ਜਨਮ ਦੇ ਵਿੱਚ ਹੋਣੀ ਹੈ, ਇਹਦੇ ਤੋਂ ਬਿਨਾਂ ਮੁਕਤ ਨਹੀਂ ਹੋ ਸਕਦਾ। ਕਿੰਨੀਆਂ ਸਾਖੀਆਂ ਤੇ ਕਿੰਨੀਆਂ ਉਦਾਹਰਨਾਂ ਸਾਡੇ ਕੋਲ ਨੇ, ਗੁਰੂ ਸਾਹਿਬਾਨ ਦੇ ਕੋਲ ਜਿਹੜੇ ਵੀ ਆਏ, ਮਹਾਰਾਜ ਕਹਿੰਦੇ ਮਨੁੱਖਾ ਜਨਮ ਦੇ ਵਿੱਚ ਜਦੋਂ ਆਵੋਗੇ ਮੁਕਤੀ ਉਦੋਂ ਮਿਲੇਗੀ। ਸਤਿਗੁਰੂ ਇੱਥੇ ਬਖਸ਼ਿਸ਼ ਕਰਦੇ ਨੇ, ਕਹਿਣ ਲੱਗੇ ਭਾਈ ਇਹ ਜਿਹੜੀ ਦੇਹੀ ਮਿਲੀ ਹੈ ਨਾ ਬੜੀ ਅਮੋਲਕ ਹੈ। ਤੂੰ ਤੇ ਐਵੇਂ ਕਿਸੇ ਦੇ ਮਗਰ ਲਾ ਕੇ ਕੋਈ ਫਾਹ ਲੈ ਕੇ ਮਰ ਗਿਆ, ਕੋਈ ਨਦੀ 'ਚ ਡੁੱਬ ਕੇ ਮਰ ਗਿਆ, ਕੋਈ ਜ਼ਹਿਰ ਖਾ ਕੇ ਮਰ ਗਿਆ। ਸਰੀਰ ਨੂੰ ਮਾਰ ਨਾ, ਇਹਨੂੰ ਤੰਗ ਨਾ ਕਰ, ਸਰੀਰ ਨੂੰ ਬਰਬਾਦ ਨਾ ਕਰ, ਇਸ ਦੇਹੀ ਨੂੰ ਪਾਲਿਆ ਕਰ। ਕਿਉਂ? ਕਿਉਂਕਿ ਇਹ ਦੇਹੀ ਤੈਨੂੰ ਰੱਬ ਨਾਲ ਮਿਲਾਉਣ ਵਾਲੀ ਹੈ। ਨਾਨਕ ਸੋ ਪ੍ਰਭ ਸਿਮਰਿਐ ਇਸ ਦੇਹੀ ਕੋ ਪਾਲ, ਇਸ ਦੇਹੀ ਸਰੀਰ ਨੂੰ ਪਾਲ ਜਿਸ ਦੇਹੀ ਵਿੱਚ ਤੂੰ ਰੱਬ ਦਾ ਸਿਮਰਨ ਕਰਕੇ ਰੱਬ ਨੂੰ ਮਿਲ ਸਕਦਾ। ਸਤਿਗੁਰੂ ਪਾਤਸ਼ਾਹ ਐਸੀ ਦਾਤ ਸਾਨੂੰ ਬਖਸ਼ਿਸ਼ ਕਰਦੇ ਨੇ। ਫਿਰ ਸਤਿਗੁਰੂ ਪਾਤਸ਼ਾਹ ਫਰਮਾਉਂਦੇ ਨੇ, ਮਹੱਲਾ ਪੰਜਵਾਂ ਤੋਂ ਬਖਸ਼ਿਸ਼ ਕਰਦੇ ਹਨ। ਘਟ ਵਸੈ ਚਰਨਾਰ ਬਿੰਦ ਰਸਨਾ ਜਪੈ ਗੋਪਾਲ। ਸੰਤਾਂ ਦੀ ਗੱਲ ਕਰਦੇ ਨੇ, ਸਾਧੂਆਂ ਦੀ ਗੱਲ ਕਰਦੇ ਵੀ ਸਾਧੂਆਂ ਦੀ ਨਿਸ਼ਾਨੀ ਕੀ ਹੈ, ਕਿਹੜੇ ਸਾਧੂ ਨੂੰ ਦਾਨ ਦੇਣਾ ਚਾਹੀਦਾ, ਕਿਹੜੇ ਸੰਤ ਨੂੰ ਦਾਨ ਕਰਨਾ ਚਾਹੀਦਾ, ਕਿਹੜੇ ਉਹ ਸੰਤ ਨੇ ਜਿਹੜੇ ਰੱਬ ਦੀ ਪ੍ਰਾਪਤੀ ਵਾਲੇ ਨੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਨ੍ਹਾਂ ਸੰਤਾਂ ਦੇ ਘਾਟ ਹਿਰਦੇ ਵਿੱਚ ਪ੍ਰਮਾਤਮਾ ਦੇ ਚਰਨ ਵਸਦੇ ਨੇ, ਅਤੇ ਜਿਨ੍ਹਾਂ ਸੰਤਾਂ ਦੀ ਜ਼ੁਬਾਨ ਹਰ ਵੇਲੇ ਰੱਬ ਦੇ ਨਾਮ ਨੂੰ ਜਪਦੀ ਰਹਿੰਦੀ ਹੈ। ਆਠ ਪਹਿਰ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ, ਜਿਨ੍ਹਾਂ ਨੇ 8 ਪਹਿਰ ਆਪਣੀ ਜ਼ੁਬਾਨ ਦੇ ਨਾਲ ਉਹਨੂੰ ਸਿਮਰਿਆ ਹੈ, ਹਰ ਵੇਲੇ ਜਿਹੜੇ ਉਹਨੂੰ ਸਿਮਰਦੇ ਪਏ। 8 ਪਹਿਰ ਇਕ ਤੈ ਲਿਵੈ ਮੰਨੇਨ ਹੁਕਮੇ ਆਪਾਰ, 24 ਘੰਟੇ ਜਿਨ੍ਹਾਂ ਦੀ ਜ਼ੁਬਾਨ ਉਹਦੇ ਸਿਮਰਨ ਵਿੱਚ ਲੱਗੀ ਹੈ, ਉਹ ਹੈ ਸੰਤ। ਸੰਤ ਨਾਮ ਰਖਵਾ ਲੈਣਾ, ਸਾਧੂ ਨਾਮ ਰਖਵਾ ਲੈਣਾ, ਬ੍ਰਹਮ ਗਿਆਨੀ ਨਾਮ ਰਖਵਾ ਲੈਣਾ ਬੜਾ ਸੌਖਾ। ਪਖੰਡੀ ਲੋਕ ਲਖਵਾਈ ਫਿਰਦੇ ਨੇ, ਪਰ ਸੰਤ ਉਹ ਹੈ ਜਿਹਦੀ ਜ਼ੁਬਾਨ ਹਰ ਵੇਲੇ ਨਾਮ ਜਪਦੀ ਹੈ, ਜਿਹਦੇ ਹਿਰਦੇ ਵਿੱਚ ਰੱਬ ਦਾ ਨਾਮ ਵਸਦਾ ਹੈ। ਨਾਨਕ ਸੋ ਪ੍ਰਭ ਸਿਮਰਿਐ ਤਿਸ ਦੇਹੀ ਕੋ ਪਾਲ। ਪਾਤਸ਼ਾਹ ਕਹਿਣ ਲੱਗੇ ਭਾਈ ਜਿਨ੍ਹਾਂ ਸਾਧੂਆਂ ਨੇ ਇਸ ਦੇਹੀ ਦੇ ਨਾਲ ਪ੍ਰਮਾਤਮਾ ਨੂੰ ਸਿਮਰਿਆ ਹੈ, ਯਾਦ ਕੀਤਾ ਹੈ, ਤੇ ਉਹਨਾਂ ਸਾਧੂਆਂ